ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਆਪਣੀ ਹੀ ਸਰਕਾਰ ਦੇ ਖਿਲਾਫ ਮਰਨ ਵਰਤਨ ਤੇ ਬੈਠਣ ਦਾ ਜਿਹੜਾ ਐਲਾਨ ਸਿੱਧੂ ਵੱਲੋਂ ਕੀਤਾ ਗਿਆ, ਗੱਲ ਕਹੀ ਗਈ ਹੈ। ਕੀ ਕੁਝ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ ਤੇ ਇਸ ਨਾਲ ਸਮੀਕਰਨ ਕਾਂਗਰਸ ਦੇ ਚੰਨੀ ਰੰਧਾਵਾ ਦੇ ਸਿੱਧੂ ਦੇ ਕਿਸ ਤਰੀਕੇ ਦੇ ਨਾਲ ਬਦਲਣਗੇ, ਅੱਗੇ ਕੀ ਹੋਣ ਵਾਲਾ ਹੈ, ਹਾਈ ਕਮਾਂਡ ਦਖਲ ਦੇਵੇਗੀ ਜਾਂ ਨਹੀਂ ਦੇਵੇਗੀ, ਸਾਰੀਆਂ ਗੱਲਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਤਾਂ ਅਗਲੀ ਜਿਹੜੀ ਖਬਰ ਹੈ ਉਹ ਤੇ ਵੀ ਚਰਚਾ ਕਰਾਂਗੇ ਕਿ ਸੁਨੀਲ ਜਾਖੜ ਨੂੰ ਵੀ ਮਨਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਹੋ ਰਹੀਆਂ ਨੇ। ਹਰੀਸ਼ ਚੌਧਰੀ ਜਾ ਕੇ ਸੁਨੀਲ ਜਾਖੜ ਨੂੰ ਮਨਾ ਕੇ ਆਏ ਨੇ, ਪਰ ਉਹ ਮੰਨੇ ਨਹੀਂ। ਕੀ ਕੁਝ ਇਸ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ, ਕੀ ਕੁਝ ਕਹਿੰਦੇ ਨੇ ਸੁਨੀਲ ਜਾਖੜ, ਕਿਹੜੀ ਸ਼ਰਤ ਰੱਖੀ ਹੈ, ਤੇ ਨਾਲ ਹੀ ਨਾਲ ਦੱਸ ਦਈਏ ਕਿ ਪੂਰੀ ਮੀਟਿੰਗ ਦੇ ਵਿੱਚ ਗੱਲਬਾਤ ਕਿਸ ਤਰੀਕੇ ਦੇ ਨਾਲ ਤੁਰੀ, ਕੀ ਕੁਝ ਗੱਲਾਂ ਬਾਤਾਂ ਹੋਈਆਂ, ਸਾਰੀਆਂ ਦੀਆਂ ਸਾਰੀਆਂ ਤੁਹਾਨੂੰ ਦੱਸਾਂਗੇ। ਅੱਗੇ ਦੱਸਾਂਗੇ ਕਿ ਕੱਲ ਜੋ ਕੁਝ ਪਟਿਆਲੇ ਦੇ ਵਿੱਚ ਵਾਪਰਿਆ, ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਜਿਹੜਾ ਧਮਾਕਾ ਹੋਇਆ, ਉਹ ਕਿਸ ਪਾਸੇ ਨੂੰ ਜਿਹੜਾ ਜਾਵੇਗਾ, ਕਿਸ ਪਾਸੇ ਨੂੰ ਕਰਵਟ ਲਵੇਗਾ, ਕਿ ਕੈਪਟਨ ਅਮਰਿੰਦਰ ਸਿੰਘ ਇਸੇ ਤਰੀਕੇ ਦੇ ਨਾਲ ਦਬੇ ਰਹਿਣਗੇ ਜਾਂ ਪਟਿਆਲੇ ਦੇ ਸਿਆਸੀ ਜਿਹੜੇ ਸਮੀਕਰਨ ਆ ਕੁਝ ਹੋਰ ਹੋਣਗੇ। ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਰ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਕੱਲ ਜੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਬਾਘਾ ਪੁਰਾਣਾ ਰੈਲੀ ਦੇ ਵਿੱਚ ਆਪਣੀ ਹੀ ਸਰਕਾਰ ਤੇ ਜਿਹੜੇ ਸਵਾਲ ਚੁੱਕ ਦਿੱਤੇ ਆ। 5-5 ਮਰਲੇ ਦੇ ਪਲਾਟਾਂ ਦੇ ਉੱਪਰ ਜਿਹੜੇ ਸਵਾਲ ਚੁੱਕ ਦਿੱਤੇ, ਸਿੱਧੂ ਨੇ ਸਿੱਧੇ ਤੌਰ ਤੇ ਪੁੱਛ ਲਿਆ ਕਿ ਦੱਸੋ ਭਾਈ ਕਿੰਨੇ ਲੋਕ ਨੇ ਜਿਨ੍ਹਾਂ ਨੂੰ 5-5 ਮਰਲੇ ਦੇ ਜਿਹੜੇ ਪਲਾਟ ਮਿਲ ਗਏ ਨੇ। ਸਾਫ਼ ਤੌਰ ਤੇ ਲੋਲੀਪੌਪ ਦੀਆਂ ਗੱਲਾਂ ਇੱਕ ਵਾਰੀ ਫਿਰ ਕਰਦੇ ਨਜ਼ਰ ਆਏ। ਵੱਡੀ ਗੱਲ ਉਦੋਂ ਹੋ ਗਈ ਜਦੋਂ ਨਵਜੋਤ ਸਿੰਘ ਸਿੱਧੂ ਨੇ ਸਾਫ਼ ਤੌਰ ਤੇ ਚੇਤਾਵਨੀ ਤੇ ਸਿੱਧੀ ਧਮਕੀ ਦੇ ਦਿੱਤੀ ਕਿ ਭਾਈ ਜੇ ਜਿਹੜਾ ਤੁਸੀਂ STF ਦੀ ਰਿਪੋਰਟ ਜਿਹੜੀ ਹੈ ਉਹ ਤੁਸੀਂ ਜਨਤਕ ਨਾ ਕੀਤੀ, ਉਹ ਰਿਪੋਰਟ ਤੁਸੀਂ ਨਾ ਖੋਲੀ, ਤਾਂ ਮੈਂ ਦੇਹ ਦਾਅ ਤੇ ਲਿਆ ਦਾਂਗਾ, ਯਾਨੀ ਕਿ ਮੈਂ ਮਰਨ ਵਰਤੇ ਬੈਠ ਜਾਵਾਂਗਾ। ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ? ਸੁਖਵਿੰਦਰ ਜੀ, ਦੇਖੋ, ਨਵਜੋਤ ਸਿੰਘ ਸਿੱਧੂ ਆਪਾਂ ਅਕਸਰ ਗੱਲ ਕਰਦੇ ਆ ਕਿ ਉਹ ਸੱਚ ਬੋਲਦੇ ਆ, ਸੱਚ ਦਾ ਉਹਨਾਂ ਨੇ ਪੱਲਾ ਫੜਿਆ ਹੋਇਆ ਹੁਣ ਤੱਕ। ਔਰ ਜਿਹੜੇ ਵੀ ਮੁੱਦੇ ਉਹਨਾਂ ਨੇ ਉਠਾਏ ਨੇ, ਔਰ ਉਹੀ ਮੁੱਦੇ ਉਠਾਏ ਨੇ ਜਿਹੜੇ ਕਾਂਗਰਸ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਜਾਂ ਕਿਸੇ ਵੇਲੇ ਕੈਪਟਨ ਸਾਹਿਬ ਨੇ ਆਪਣੇ ਜਿਹੜੇ ਕਾਗਜ਼ ਭਰੇ ਸੀਗੇ, ਔਰ ਆਪਾਂ ਨੂੰ ਯਾਦ ਹੈ ਕਿ ਕਿੱਡੇ ਕਿੱਡੇ ਵਾਅਦੇ ਕੈਪਟਨ ਸਾਹਿਬ ਨੇ ਕੀਤੇ ਸੀਗੇ, ਉਹ ਹੀ ਯਾਦ ਕਰਵਾ ਰਹੇ ਨੇ। ਚੰਨੀ ਸਾਹਿਬ ਨੂੰ ਇਸੇ ਗੱਲ ਦੇ ਉੱਤੇ ਉਹਨਾਂ ਨੇ ਲਗਾਤਾਰ ਘੇਰਿਆ ਕਿ ਜਿਹੜੇ ਤੁਸੀਂ ਵਾਅਦੇ ਕਰ ਰਹੇ ਹੋ, ਲੋਲੀਪੌਪ ਵੰਡ ਰਹੇ ਹੋ ਲੋਕਾਂ ਨੂੰ, ਇਹ ਏਦਾਂ ਨਾ ਵੰਡੋ। ਹੁਣ ਉਹ ਸਮਾਂ ਨਹੀਂ ਹੈ, ਹੁਣ ਕਿਸਾਨੀ ਅੰਦੋਲਨ ਦਾ ਦੌਰ ਚੱਲ ਰਿਹਾ ਹੈ। ਲੋਕ ਕੌਨਸ਼ੀਅਸ ਹੋ ਚੁੱਕੇ ਨੇ। ਲੋਕ ਤੁਹਾਡੇ ਜਿਹੜੇ ਤੁਸੀਂ ਏਦਾਂ ਦੇ ਲਾਰੇ ਲਾ ਰਹੇ ਹੋ, ਉਹਨਾਂ ਲਾਰਿਆਂ 'ਚ ਨਹੀਂ ਫਸਣਗੇ। ਹੁਣ ਤੁਸੀਂ ਉਹੀ ਗੱਲਾਂ ਕਰੋ ਜਿਹੜੀਆਂ ਤੁਸੀਂ ਪੂਰੀਆਂ ਕਰ ਸਕਦੇ ਹੋ। ਸੋ ਇਸ ਕਰਕੇ ਲਗਾਤਾਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਰਕਾਰ ਦੇ ਉੱਤੇ ਜਿਹੜੇ ਨੇ ਉਹਨਾਂ ਨੇ ਵੱਡੇ ਸਵਾਲ ਉਠਾਏ ਨੇ, ਪਹਿਲਾਂ ਵੀ ਉਠਾਉਂਦੇ ਰਹੇ ਨੇ, ਕੱਲ ਵੀ ਉਠਾਏ ਨੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਠਾਉਂਦੇ ਰਹਿਣਗੇ। ਸੋ ਇਹੀ ਗੱਲਾਂ ਜਿਹੜੀਆਂ ਉਹਨਾਂ ਨੇ ਕੈਪਟਨ ਸਾਹਿਬ ਨੇ ਕਿਸੇ ਵੇਲੇ ਕੀਤੀਆਂ ਸੀਗੀਆਂ ਕਿ 5 ਮਰਲੇ ਦੇ ਪਲਾਟਾਂ ਦੇ ਬਾਰੇ, ਜਾਂ ਜਿਹੜੀ ਵੱਡੀ ਗੱਲ ਕਿਸੇ ਵੇਲੇ ਕੈਪਟਨ ਸਾਹਿਬ ਨੇ ਕਹੀ ਸੀਗੀ ਔਰ ਸ਼੍ਰੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਕਿ ਮੈਂ ਨਸ਼ਿਆਂ ਦਾ ਲੱਕ ਤੋੜ ਦਿਆਂਗਾ ਜਦੋਂ ਮੇਰੀ ਸੱਤਾ ਆਏਗੀ 4 ਹਫ਼ਤਿਆਂ ਦੇ ਵਿੱਚ। ਸੋ ਨਾ ਤਾਂ ਉਹ ਲੱਕ ਟੁੱਟਿਆ। 5 ਮਰਲਿਆਂ ਦੇ ਪਲਾਟ ਜਿਹੜੇ ਆ ਪਿਛਲੇ ਦਿਨੀ ਚੰਨੀ ਸਾਹਿਬ ਹੋਰਾਂ ਦੇ ਵੱਲੋਂ ਵੀ ਸਕੀਮ ਸ਼ੁਰੂ ਕੀਤੀ ਗਈ ਸੀ, ਉਹਦੇ ਵਿੱਚ ਵੀ ਕਿਹਾ ਜਾ ਰਿਹਾ ਸੀਗਾ ਕਿ ਅਸੀਂ 5-5 ਮਰਲੇ ਦੇ ਜਿਹੜੇ ਪਲਾਟ ਦੇ ਰਹੇ ਜੀ 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 ਨਿਸ਼ਾਨਾ ਦਿੱਤੇ ਕੈਪਟਨ ਤੇ। ਬਿਲਕੁਲ ਇਹੀ ਗੱਲ, ਬਿਲਕੁਲ। ਦੇਖੋ, ਚੰਨੀ ਸਾਹਿਬ ਹੋਣ ਚਾਹੇ ਕੈਪਟਨ ਸਾਹਿਬ ਹੋਣ, ਕਿਉਂਕਿ ਜ਼ਿੰਮੇਵਾਰੀ ਦੋਵਾਂ ਦੀ ਬਣਦੀ ਸੀ। ਪਹਿਲਾਂ ਕੈਪਟਨ ਸਾਹਿਬ ਦੀ ਬਣਦੀ ਸੀਗੀ, ਲਗਭਗ 4.5 ਸਾਲ ਉਹ ਮੁੱਖ ਮੰਤਰੀ ਰਹੇ। ਹੁਣ ਕਿਉਂਕਿ ਮੁੱਖ ਮੰਤਰੀ ਚੰਨੀ ਸਾਹਿਬ ਨੇ, ਇਸ ਕਰਕੇ ਚੰਨੀ ਸਾਹਿਬ ਦੀ ਬਣਦੀ ਹੈ। ਸੋ ਇਹਦਾ ਮਤਲਬ ਇਹ ਨਹੀਂ ਕਿ ਚੰਨੀ ਸਾਹਿਬ ਜੇ ਹੁਣ ਮੁੱਖ ਮੰਤਰੀ ਬਣ ਗਏ ਤਾਂ ਕੈਪਟਨ ਸਾਹਿਬ ਵਾਲੇ ਵਾਅਦੇ ਜਿਹੜੇ ਨੇ ਸਾਰੇ ਉਹ ਉੜ ਗਏ, ਏਦਾਂ ਹੀ ਹਵਾ 'ਚ ਹੀ ਜਿਹੜੇ ਨੇ ਉਹ ਉੜ ਚੁੱਕੇ ਨੇ। ਸੋ ਇਹਦਾ ਮਤਲਬ ਇਹ ਕਦੇ ਵੀ ਨਹੀਂ ਹੈ। ਸੋ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਬਿਲਕੁਲ ਸੱਚ ਦੇ ਉੱਤੇ ਪਹਿਰਾ ਦੇ ਰਹੇ ਨੇ, ਔਰ ਉਹਨਾਂ ਨੇ ਕਿਹਾ ਕਿ ਜੇਕਰ ਇਹ ਨਸ਼ਿਆਂ ਵਾਲੀ ਜਿਹੜੀ ਰਿਪੋਰਟ ਹੈ, ਔਰ ਲਗਭਗ 2.5-3 ਸਾਲਾਂ ਤੋਂ ਉਹਨਾਂ ਦੇ ਉੱਤੇ ਧੂੜ ਪੈਂਦੀ ਰਹੀ ਆ ਉਸ ਫਾਈਲ ਦੇ ਉੱਤੇ, ਉਹ ਕਦੋਂ ਖੁੱਲੇਗੀ? ਆਪਾਂ ਵੀ ਇਹਦੇ ਉੱਤੇ ਕਈ ਵਾਰੀ ਪ੍ਰੋਗਰਾਮ ਕਰ ਚੁੱਕੇ ਹਾਂ। ਹਰ ਵਾਰੀ ਅਗਲੀ ਪੇਸ਼ੀ ਪੈ ਜਾਂਦੀ ਹੈ ਔਰ ਲਗਾਤਾਰ ਉਹ ਜਿਹੜੀ ਹੈਗੀ ਉਹਦੇ ਵਿੱਚ ਡਿਲੇ ਹੋ ਰਹੀ ਹੈ।
ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਚੰਨੀ ਸਾਹਿਬ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਚਾਹੁੰਦੇ ਨੇ ਔਰ ਨਸ਼ੇ ਨੂੰ ਨਾਲੇ ਸੱਚੀ ਕੋਰਟ ਮੁੱਚੀ ਖੋਲਣ ਉਹ ਤੋਂ ਇੱਥੇ ਸਰ ਕੋਰਟ ਨੇ ਰੋਕਿਆ ਵੀ ਤਾਂ ਨਹੀਂ ਨਾ। ਇੱਕ ਤਾਂ ਇਹ ਹੁੰਦਾ ਨਾ ਵੀ ਬਿਲਕੁਲ ਸਰਕਾਰ ਦੇ ਉੱਪਰ ਕੋਰਟ ਨੇ ਪ੍ਰੈਸ਼ਰ ਪਾਇਆ ਹੋਇਆ, ਉਹ ਰੋਕਿਆ ਹੋਇਆ। ਔਰ ਦੂਜੀ ਵੱਡੀ ਗੱਲ ਇਹ ਵੀ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਡਾਕਟਰ ਸਾਹਿਬ, ਵੀ ਕੈਪਟਨ ਨੇ ਜਿਹੜੇ ਵਾਅਦੇ ਕੀਤੇ ਆ, ਇਹਦਾ ਮਤਲਬ ਇਹ ਨਹੀਂ ਕਿ ਕੈਪਟਨ ਨੇ ਜਿਹੜੇ ਵਾਅਦੇ ਕਰ ਲਏ ਜਾਂ ਸਹੁੰ ਖਾ ਕੇ ਜਾਂ ਕੰਮ ਨਹੀਂ ਹੋਏ ਤਾਂ ਕੈਪਟਨ ਨੂੰ ਪਾਸੇ ਕਰਤਾ ਤਾਂ ਕੰਮ ਨਿਬੜ ਗਿਆ। ਇਹ ਨਹੀਂ ਆਪਾਂ ਕਹਿ ਸਕਦੇ। ਜਦੋਂ ਕੈਪਟਨ ਜੀ ਅਮਰਿੰਦਰ ਜੀ ਸਿੰਘ ਨੇ ਸਹੁੰ ਖਾਧੀ ਆ, ਉਹਨਾਂ ਦੇ ਵਿੱਚ ਜਦੋਂ ਗੁਟਕਾ ਸਾਹਿਬ ਦਿੱਤਾ ਤਾਂ ਇਹਨਾਂ ਮੰਤਰੀਆਂ ਦੇ ਵਿੱਚ ਉਹੀ ਗੁਟਕਾ ਸਾਹਿਬ ਫੜਾਇਆ ਸੀ। ਔਰ ਇੱਕ ਤੋਂ ਬਾਅਦ ਇੱਕ ਮੰਤਰੀ ਮੋਢੇ ਤੋਂ ਦੀ ਚੜ ਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਦੋਂ ਫੋਟੋ ਖਿਚਾ ਰਿਹਾ ਸੀ, ਜਦੋਂ ਸਹੁੰ ਖਾ ਰਹੇ ਸੀ ਕੈਪਟਨ ਅਮਰਿੰਦਰ ਸਿੰਘ। ਸੁਖਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ, ਬਹੁਤ ਸਾਰੇ ਹੋਰ ਵੀ ਸੀਗੇ, ਕਿੱਕੀ ਸੀ ਉੱਥੇ, ਜਿਹੜਾ ਟਿੱਕੀ ਢਿੱਲੋਂ, ਸਿੱਕੀ, ਰਮਨਜੀਤ ਸਿੱਕੀ, ਤਾਂ ਬਹੁਤ ਸਾਰੇ ਹੋਰ ਵੀ, ਤ੍ਰਿਪਤਰਿੰਦਰ ਸਿੰਘ ਬਾਜਵਾ, ਸੁਖ ਸਰਕਾਰੀਆ, ਬਹੁਤ ਸਾਰੇ ਲੀਡਰ ਸੀਗੇ ਉੱਥੇ ਜਦੋਂ ਜਿਹੜੀਆਂ ਸੌਹਾਂ ਖਾਧੀਆਂ ਜਾ ਰਹੀਆਂ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਗੁਟਕਾ ਸਾਹਿਬ ਹੱਥ 'ਚ ਫੜ ਕੇ। ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰਤਾ ਤੇ ਤੁਸੀਂ ਪੱਲਾ ਝਾੜਦੇ ਹੋ 2022 ਦੀਆਂ ਚੋਣਾਂ ਦੇ ਵਿੱਚ ਕਿ ਭਾਈ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਅਸੀਂ ਪਾਸੇ ਕਰਤਾ ਤੇ ਹੁਣ ਅਸੀਂ ਕੋਈ ਨਹੀਂ, ਦੁਬਾਰਾ 22 ਦੇ ਵਿੱਚ ਜਿਹੜੇ ਅਸੀਂ ਵਾਅਦੇ ਕਰਾਂਗੇ ਉਹ ਪੂਰੇ ਕਰਾਂਗੇ। ਵਾਅਦੇ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕੀਤੇ ਸੀ, ਸਹੁੰ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਖਾਧੀ ਸੀ। ਇਹ ਸਾਰੀ ਦੀ ਸਾਰੀ ਜਿਹੜੀ ਕੈਬਨਿਟ ਤੁਰੀ ਫਿਰਦੀ ਆ। ਚੰਨੀ ਮੁੱਖ ਮੰਤਰੀ ਕੈਪਟਨ ਜਿਹੜੇ ਹੁਣ ਮੌਜੂਦਾ ਮੁੱਖ ਮੰਤਰੀ ਨੇ, ਇਹ ਵੀ ਉੱਥੇ ਤਸਵੀਰਾਂ ਦੇ ਵਿੱਚ ਦਿਖਾਈ ਦਿੰਦੇ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਹੈ। ਸੁਖਵਿੰਦਰ ਜੀ, ਜਦੋਂ ਕੋਈ ਵੀ ਮੁੱਖ ਮੰਤਰੀ ਦਾ ਚਿਹਰਾ ਸਹੁੰ ਖਾਂਦਾ ਹੈ ਜਾਂ ਵਾਅਦੇ ਕਰਦਾ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦੀ ਇਕੱਲੇ ਦੀ ਜ਼ਿੰਮੇਵਾਰੀ ਹੈ। ਇਹਦਾ ਮਤਲਬ ਹੈ ਕਿ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ। ਚਾਹੇ ਉਸ ਵੇਲੇ ਕੋਈ ਤਸਵੀਰ 'ਚ ਨਹੀਂ ਸੀਗਾ ਸ਼ਾਮਲ, ਚਾਹੇ ਸ਼ਾਮਲ ਸੀਗਾ, ਚਾਹੇ ਥੋੜੇ ਲੋਕ ਸ਼ਾਮਲ ਸੀਗੇ, ਚਾਹੇ ਵੱਧ ਲੋਕ ਸ਼ਾਮਲ ਸੀਗੇ, ਉਹਦੇ ਵਿੱਚ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਔਰ ਸਰਕਾਰ ਜਿਹਦੀ ਵੀ ਹੋਏਗੀ, ਚਾਹੇ ਚੰਨੀ ਸਾਹਿਬ ਮੁੱਖ ਮੰਤਰੀ ਨੇ, ਚਾਹੇ ਇਹਨਾਂ ਤੋਂ ਪਹਿਲਾਂ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ, ਚਾਹੇ ਕੋਈ ਹੋਰ ਮੁੱਖ ਮੰਤਰੀ, ਈਵਨ ਜੇਕਰ ਕੱਲ ਨੂੰ ਨਵਜੋਤ ਸਿੰਘ ਸਿੱਧੂ ਵੀ ਮੁੱਖ ਮੰਤਰੀ ਬਣਦੇ ਨੇ ਤਾਂ ਉਹਨਾਂ ਦੀ ਵੀ ਜ਼ਿੰਮੇਵਾਰੀ ਉਹੀ ਬਣੇਗੀ ਜਿਹੜੀਆਂ ਜ਼ਿੰਮੇਵਾਰੀਆਂ ਕੈਪਟਨ ਨੇ ਕਿਸੇ ਵੇਲੇ ਚੁੱਕੀਆਂ ਸੀਗੀਆਂ। ਸੋ ਕਹਿਣ ਦਾ ਮਤਲਬ ਹੈ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਦੂਜੇ ਦੇ ਉੱਤੇ ਪੱਲਾ ਝਾੜ ਕੇ ਕਿ ਇਹਦਾ ਫਲਾਣੇ ਦੀ ਜ਼ਿੰਮੇਵਾਰੀ ਸੀ, ਹੁਣ ਮੈਂ ਕੋਈ ਇਹਦਾ ਜ਼ਿੰਮੇਵਾਰ ਨਹੀਂ ਹਾਂ। ਸੋ ਇਦਾਂ ਦੀ ਗੱਲ ਜਿਹੜੀ ਹੈਗੀ ਆ ਨਹੀਂ ਹੋਣੀ ਚਾਹੀਦੀ ਜਿਵੇਂ ਕੈਪਟਨ ਸਾਹਿਬ ਕਰ ਰਹੇ ਨੇ। ਔਰ ਕੈਪਟਨ ਸਾਹਿਬ ਨੇ ਕੀਤਾ ਹੈ ਔਰ ਉਹ ਲੋਕਾਂ ਦੇ ਨਾਲ ਧੋਖਾ ਕੀਤਾ ਹੈ। ਔਰ ਇਸ ਤੋਂ ਬਾਅਦ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਚੰਨੀ ਸਾਹਿਬ ਇਸ ਗੱਲ ਕਰਕੇ ਮੁੱਖ ਮੰਤਰੀ ਬਣੇ ਸੀਗੇ ਕਿ ਕੈਪਟਨ ਸਾਹਿਬ ਨੇ ਜਿਹੜੇ ਅਧੂਰੇ ਵਾਅਦੇ ਛੱਡੇ ਨੇ ਔਰ ਉਹ ਵਾਅਦੇ ਪੂਰੇ ਨਹੀਂ ਕਰ ਰਹੇ ਲੋਕਾਂ ਦੇ ਨਾਲ, ਉਸ ਕਰਕੇ ਮੈਂ ਹੁਣ ਵਾਅਦੇ ਪੂਰੇ ਕਰਾਂਗਾ, ਸਾਡੀ ਪਾਰਟੀ ਵਾਅਦੇ ਪੂਰੇ ਕਰੇਗੀ। ਉਹ 18 ਲੁਕਾਤੀ ਪ੍ਰੋਗਰਾਮ ਦੇ ਉੱਤੇ ਜਿਹੜੇ ਉਹਨਾਂ ਨੇ ਅਸਤੀਫਾ ਦਵਾਇਆ ਸੀਗਾ। ਡਾਕਟਰ ਸਾਹਿਬ ਇਹ ਗੱਲਾਂ ਕਹੀਆਂ ਜਾ ਰਹੀਆਂ ਸੀ ਉਦੋਂ, ਬਿਲਕੁਲ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ ਬਿਲਕੁਲ ਸਹੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਇਆ ਹੀ ਇਸੇ ਕਰਕੇ ਗਿਆ ਸੀਗਾ ਕਿ ਭਾਈ ਮਹੀਨੇ 3 ਰਹਿ ਗਏ, ਕੈਪਟਨ ਅਮਰਿੰਦਰ ਸਿੰਘ 18 ਨੂੰ ਕਾਤੇ ਏਜੰਡਾ ਤੇ ਕੰਮ ਨਹੀਂ ਕਰ ਰਹੇ। ਤੀਜੇ ਚੌਥੇ ਦਿਨ ਹੀ ਇਹ ਸਾਰੇ ਜਣੇ ਰਲ ਕੇ ਚਿੱਠੀ ਲਿਖ ਦਿੰਦੇ ਹੁੰਦੇ ਸੋਨੀਆ ਗਾਂਧੀ ਨੂੰ ਕਿ ਭਾਈ ਜਿਹੜਾ ਤੁਸੀਂ 18 ਨੂੰ ਕਾਤੀ ਏਜੰਡਿਆਂ ਦਾ ਪ੍ਰੋਗਰਾਮ ਦੱਸਿਆ ਉਹ ਤੇ ਤਾਂ ਇਹ ਗੱਲਬਾਤ ਹੀ ਨਹੀਂ ਕੋਈ ਕਰ ਰਹੇ, ਕੋਈ ਕੰਮ ਹੀ ਨਹੀਂ ਕਰ ਰਹੇ। ਉਹ ਤੇ ਉੱਥੇ ਕਹਿ ਦਿੰਦੇ ਸੀਗੇ ਕਿ ਭਾਈ ਇਹਨਾਂ ਨੂੰ ਲਾਹੋ, ਤਾਂ ਉਹਨਾਂ ਨੇ ਲਾ ਕੇ ਚੰਨੀ ਨੂੰ ਬਣਾਤਾ। ਤੇ ਖਾਸ ਤੌਰ ਤੇ ਡਾਕਟਰ ਸਾਹਿਬ ਤੁਹਾਨੂੰ ਗੱਲ ਇਹ ਵੀ ਚੇਤੇ ਹੋਊਗੀ ਕਿ ਚੰਨੀ ਨੇ ਮੁੱਖ ਮੰਤਰੀ ਬਣਦੇ ਸਾਰੀ ਗੱਲ ਕਹਿਤੀ ਸੀ ਕਿ ਭਾਈ ਮੈਂ ਮੁੱਖ ਮੰਤਰੀ ਜ਼ਰੂਰ 4 ਮਹੀਨਿਆਂ ਲਈ 3 ਮਹੀਨਿਆਂ ਲਈ ਬਣਿਆ ਹੋਊਗਾ, ਪਰ ਮੈਂ ਕੰਮ ਜਿਹੜਾ ਉਹ 4 ਸਾਲਾਂ ਤੇ 3 ਸਾਲਾਂ ਜਿੰਨਾ ਕਰਕੇ ਤੁਹਾਨੂੰ ਦਿਖਾਊਂਗਾ। ਤਾਂ ਫਿਰ ਹੁਣ ਕਰਕੇ ਦਿਖਾਉਣ ਅੱਜ। ਬਿਲਕੁਲ ਇਹੀ ਗੱਲ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਯਾਦ ਕਰਾ ਰਹੇ ਨੇ ਕਿ ਤੁਹਾਡੇ ਕੋਲੇ ਹੁਣ ਸੱਤਾ ਹੈ, ਤੁਹਾਨੂੰ ਹੁਣ ਮੌਕਾ ਮਿਲਿਆ ਹੈ, ਪਰਮਾਤਮਾ ਨੇ ਤੁਹਾਨੂੰ ਮੌਕਾ ਦਿੱਤਾ ਹੈ ਔਰ ਬਹੁਤ ਚੰਗਾ ਮੌਕਾ ਹੈ। ਔਰ ਜਦੋਂ ਸਾਰੇ ਚਾਹੇ 18 ਲੁਕਾਤੀ ਪ੍ਰੋਗਰਾਮ ਹੋਵੇ, ਚਾਹੇ ਹੋਰ ਵੱਡੇ ਜਾਂ ਛੋਟੇ ਵਾਅਦੇ ਕੀਤੇ ਗਏ ਹੋਣ ਔਰ ਉਹਦੇ ਵਿੱਚ ਜਿਹੜੇ ਬੁਨਿਆਦੀ ਜਿਹੜੀਆਂ ਗੱਲਾਂ ਨੇ ਉਹ ਸਮਝਣ ਵਾਲੀਆਂ, ਚਾਹੇ ਘਰ ਘਰ ਨੌਕਰੀ ਵਾਲੀ ਗੱਲ ਹੋਵੇ ਜਿਹਦੇ ਕਰਕੇ ਬਾਰ-ਬਾਰ ਆਪਾਂ ਨੂੰ ਪਤਾ ਹੈ ਕਿ ਜਿੱਥੇ ਚੰਨੀ ਸਾਹਿਬ ਜਾਂਦੇ ਨੇ ਉੱਥੇ ਹੀ ਲਾਠੀ ਚਾਰਜ ਹੋ ਜਾਂਦਾ ਹੈ। ਔਰ ਚਾਹੇ ਉਹ ਅਧਿਆਪਕ ਹੋਣ, ਚਾਹੇ ਹੋਰ ਕਰਮਚਾਰੀ ਹੋਣ, ਚਾਹੇ ਕੱਚੇ ਕਰਮਚਾਰੀ ਹੋਣ। ਸੋ ਕਹਿਣ ਦਾ ਮਤਲਬ ਹੈ ਕਿ ਉਹ ਵਾਅਦੇ ਜਿਹੜੇ ਘਰ ਘਰ ਨੌਕਰੀ ਦੇ ਲਾਏ ਸੀ ਉਹ ਵੀ ਪੂਰੇ ਹੋਣੇ ਚਾਹੀਦੇ ਨੇ। ਔਰ ਇਸੇ ਤਰ੍ਹਾਂ ਜਿਵੇਂ ਕੱਲ ਉਹਨਾਂ ਨੇ ਕਿਹਾ ਨਵਜੋਤ ਸਿੰਘ ਸਿੱਧੂ ਨੇ ਕਿ ਭਾਈ ਤੁਸੀਂ ਉਹ ਜਿਹੜੀ ਫਾਈਲ ਹੈ ਤੁਹਾਡੀ ਦਬੀ ਪਈ ਹੈ 18 ਤੋਂ ਲਗਾਤਾਰ ਉਹਦੇ ਉੱਤੇ ਧੂੜ ਜੰਮ ਰਹੀ ਹੈ, ਉਹਨੂੰ ਕੱਢੋ, ਉਹਨੂੰ ਜਨਤਕ ਕਰੋ ਔਰ ਉਹਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ। ਜਿਹੜੇ ਵੀ ਵੱਡੇ ਮਗਰਮੱਛ ਨੇ ਉਹਨਾਂ ਨੂੰ ਤੁਸੀਂ ਅੰਦਰ ਦਿਓ। ਤਾਂ ਹੀ ਉਹਨਾਂ ਨੇ ਕਿਹਾ ਕਿ ਮੈਂ ਇੱਥੋਂ ਤੱਕ ਆਪਣੀ ਜਿਹੜੀ ਦੇਹੀ ਹੈ ਉਹਨੂੰ ਮੈਂ ਜਿਹੜਾ ਹੈਗਾ ਦਾਅ ਤੇ ਲਾ ਸਕਦਾ ਹਾਂ। ਯਾਨੀ ਕਿ ਉਹਨਾਂ ਨੇ ਕਿਹਾ ਕਿ ਮੈਂ ਮਰਨ ਵਰਤ ਜਲਦੀ ਰੱਖੂੰਗਾ ਜੇਕਰ ਇਹ ਮਸਲਾ ਹੱਲ ਨਹੀਂ ਹੋਏਗਾ।
ਸੋ ਕਹਿਣ ਦਾ ਮਤਲਬ ਹੈ ਕਿ ਇੱਕ ਤਰ੍ਹਾਂ ਦੀ ਬਹੁਤ ਵੱਡੀ ਧਮਕੀ ਉਹਨਾਂ ਨੇ ਚੰਨੀ ਸਰਕਾਰ ਨੂੰ ਦਿੱਤੀ ਹੈ। ਔਰ ਸਮੀਕਰਨ ਇਹਦੇ ਨਾਲ ਕਿਹੋ ਜਿਹੇ ਰਹਿਣਗੇ? ਕਾਂਗਰਸ ਦੀ ਜਿਸ ਤਰੀਕੇ ਦੀ ਛਵੀ ਬਣ ਗਈ ਹੈ, ਕਾਟੋ ਕਲੇਸ਼ ਜਿਹੜਾ ਆਪਸ ਦੇ ਵਿੱਚ ਚੱਲ ਰਿਹਾ, ਬੇਸ਼ੱਕ ਨਵਜੋਤ ਸਿੰਘ ਸਿੱਧੂ ਮੁੱਦਿਆਂ ਦੀ ਗੱਲ ਕਰ ਰਹੇ ਹੋਣ, ਪਰ ਫਿਰ ਵੀ ਉਹਨੂੰ ਕਲੇਸ਼ ਦੇ ਰੂਪ ਦੇ ਵਿੱਚ ਜਿਹੜੇ ਲੋਕੀ ਦੇਖ ਰਹੇ ਆ। ਕਿਵੇਂ ਦੇਖਦੇ ਹੋ ਕਿ ਇਹਦੇ ਨਾਲ ਸਮੀਕਰਨ ਕੀ ਬਣਨਗੇ? ਕਿਉਂਕਿ ਇੱਕ ਪਾਸੇ ਤਾਂ ਚੋਣਾਂ ਸਿਰ ਤੇ ਆ ਗਈਆਂ, ਤਾਂ ਦੂਜੇ ਪਾਸੇ ਜੇ ਪ੍ਰਧਾਨ ਤੁਹਾਡਾ ਕਿਸੇ ਪਾਰਟੀ ਦਾ ਜਿਹੜਾ ਮਰਨ ਵਰਤ ਤੇ ਬੈਠ ਜਾਂਦਾ ਆਪਣੀ ਹੀ ਸਰਕਾਰ ਦੇ ਖਿਲਾਫ, ਇਹਦਾ ਮਤਲਬ ਇਹ ਹੈ ਕਿ ਸਰਕਾਰ ਅਤੇ ਸੰਗਠਨ ਦੇ ਵਿਚਕਾਰ, ਮੁੱਖ ਮੰਤਰੀ ਅਤੇ ਪ੍ਰਧਾਨ ਦੇ ਵਿਚਕਾਰ ਤਾਲਮੇਲ ਹੈ ਨਹੀਂਗਾ, ਆਪਸੀ ਜਿਹੜਾ ਭਾਈਚਾਰਾ ਉਹ ਹੈ ਨਹੀਂਗਾ, ਜੇ ਆਪਾਂ ਕਹਿ ਲਈਏ ਕੰਮਕਾਜ ਕਰਨ ਦੇ ਲਈ ਟੀਮ ਵਰਕ ਹੈ ਨਹੀਂਗਾ, ਜੇ ਮੈਂ ਸੌਖੇ ਸ਼ਬਦਾਂ ਦੇ ਵਿੱਚ ਕਹਿ ਦਿਆਂ, ਤਾਂ ਫਿਰ ਇਹਦਾ ਸਮੀਕਰਨ ਕੀ ਬਣਨਗੇ? ਕਿੰਨੀ ਕੁ ਔਖੀ ਸਥਿਤੀ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਬਣੇਗੀ ਕਾਂਗਰਸ ਦੇ ਲਈ? ਕਿਉਂਕਿ ਚੋਣਾਂ ਸਿਰ ਤੇ ਨੇ, ਹਾਲੇ ਤੱਕ ਵੀ ਲੋਕਾਂ ਨੂੰ ਦਰਸਾ ਨਹੀਂ ਪਾਏ ਕਿ ਅਸੀਂ ਇਕੱਠੇ ਆ। ਜੀ ਦੇਖੋ, ਉਹਦੇ ਵਿੱਚ ਇਸ ਵੇਲੇ ਲੋਕ ਕੀ ਚਾਹੁੰਦੇ ਨੇ? ਲੋਕ ਆਪਣੇ ਮਸਲਿਆਂ ਦਾ ਹੱਲ ਚਾਹੁੰਦੇ ਨੇ। ਉਹ ਇਹ ਨਹੀਂ ਚਾਹੁੰਦੇ ਵੀ ਕਾਂਗਰਸ ਦੇ ਵਿੱਚ ਕਿਹੜਾ ਬੰਦਾ ਨਾਰਾਜ਼ ਹੈ, ਕਿਹੜਾ ਗੁੱਸੇ ਹੋ ਰਿਹਾ, ਕਿਹੜਾ ਮੰਨ ਰਿਹਾ ਹੈ, ਕਿਹਨੂੰ ਟਿਕਟ ਮਿਲਣੀ ਹੈ, ਕਿਹਨੂੰ ਨਹੀਂ ਮਿਲ ਰਹੀ, ਕਿਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਰਹੇ ਹੋ ਜਾਂ ਕਿਹਨੂੰ ਨਹੀਂ ਬਣਾ ਰਹੇ। ਇਹ ਬਾਅਦ ਦੀਆਂ ਗੱਲਾਂ ਨੇ। ਫਿਲਹਾਲ ਪੰਜਾਬ ਦੇ ਲੋਕ ਜਾਂ ਪੰਜਾਬ ਇਹ ਚਾਹੁੰਦਾ ਹੈ ਕਿ ਜਿਹੜੇ ਸਾਡੇ ਨਾਲ ਤੁਸੀਂ ਵੱਡੇ ਵੱਡੇ ਵਾਅਦੇ ਕਰਕੇ ਸੱਤਾ 'ਚ ਆਏ ਸੀਗੇ, ਅਸੀਂ ਤੁਹਾਨੂੰ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨੀਆਂ ਜਿਹੜੀਆਂ 80 ਦੇ ਕਰੀਬ ਜਿਹੜੀਆਂ ਸੀਟਾਂ ਤੁਹਾਨੂੰ ਅਸੀਂ ਦਿੱਤੀਆਂ ਸੀਗੀਆਂ, ਕੀ ਤੁਸੀਂ ਸਾਡੀਆਂ ਉਹਨਾਂ ਵੋਟਾਂ ਦੀ ਕਦਰ ਪਾਈ? ਕੀ ਤੁਸੀਂ ਸਾਡਾ ਉਹਨਾਂ ਦਾ ਮੁੱਲ ਮੋੜਿਆ ਸਾਨੂੰ? ਸੋ ਕਹਿਣ ਦਾ ਮਤਲਬ ਹੈ ਕਿ ਪੰਜਾਬ ਦੇ ਲੋਕ ਇਸ ਵੇਲੇ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਨੇ। ਸੋ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਤੋਂ ਆਪਣਾ ਜਿਹੜਾ ਹੈਗਾ ਰਿਣ ਉਤਾਰਨਾ ਹੈ, ਕਰਜ਼ ਉਤਾਰਨਾ ਹੈ ਇਹਨਾਂ ਵੋਟਾਂ ਦਾ, ਤਾਂ ਲਾਜ਼ਮੀ ਤੌਰ ਤੇ ਤੁਹਾਨੂੰ ਇਹ ਵਾਅਦੇ ਜਿਹੜੇ ਨੇ ਪੂਰੇ ਕਰਨੇ ਪੈਣਗੇ। ਕਿਹੜਾ ਮੁੱਖ ਮੰਤਰੀ ਬਣਦਾ ਹੈ, ਕਿਹੜਾ ਨਹੀਂ, ਉਹ ਬਾਅਦ ਦੀਆਂ ਗੱਲਾਂ ਨੇ। ਪਰ ਜਿਵੇਂ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਵਾਅਦੇ ਉਹਨਾਂ ਦੇ ਪੂਰੇ ਕਰੋ, ਪਹਿਲਾਂ ਮੁੱਖ ਮੰਤਰੀ ਬਣਨ ਜੋਗੇ ਜਾਂ ਫਿਰ ਸਰਕਾਰ ਬਣਾਉਣ ਜੋਗੇ ਹੋ ਤਾਂ ਜਾਣ, ਲੋਕਾਂ ਦੇ ਨਾਲ ਜਿਹੜੇ ਪਿਛਲੇ ਵਾਅਦੇ ਕੀਤੇ ਉਹ ਪੂਰੇ ਕਰਤਾ ਦੇਣ ਨਾ, ਲੋਕਾਂ ਨੂੰ ਇਹ ਤਾਂ ਕਹਿਣ ਜੋਗੇ ਹੋ ਜਾਣ ਕਿ ਸਾਨੂੰ ਵੋਟ ਪਾ ਦਿਓ। ਹੁਣ ਤਾਂ ਇਹੀ ਗੱਲਾਂ ਕਹਿ ਰਿਹਾ ਕਿ ਅਸੀਂ ਅਗਲੇ ਸਾਲ ਕਰ ਦਿਆਂਗੇ। ਬਿਲਕੁਲ ਇਹੀ ਗੱਲ ਮੈਂ ਕਹਿ ਰਿਹਾ ਕਿ ਜੇਕਰ ਸੱਚੀ ਮੁੱਚੀ ਉਹ ਸੱਤਾ 'ਚ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਮਸਲੇ ਹਰ ਹਾਲਤ ਦੇ ਵਿੱਚ ਜਿਹੜਾ ਹੈਗਾ ਹੱਲ ਕਰਨੇ ਪੈਣਗੇ। ਸੋ ਇਹੀ ਗੱਲ ਨਵਜੋਤ ਸਿੰਘ ਸਿੱਧੂ ਬਾਰ-ਬਾਰ ਕਹਿ ਰਹੇ ਨੇ। ਬੇਸ਼ੱਕ ਉਹਨਾਂ ਨੇ ਕਿਹਾ ਕਿ ਮੇਰਾ ਕੰਮ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨਾ ਹੈ, ਪਰ ਕੱਲਾ ਇਹ ਨਹੀਂ ਕਿ ਪਾਰਟੀ ਦਾ ਕੰਮ ਇਹ ਵੀ ਹੁੰਦਾ ਹੈ ਕਿ ਆਪਣੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਹੁੰਦੇ ਆ ਉਹਨਾਂ ਨੂੰ ਪੂਰੇ ਕਰਵਾਉਣਾ। ਸੋ ਇਸ ਕਰਕੇ ਉਹ ਲਗਾਤਾਰ ਪ੍ਰੈਸ਼ਰ ਬਣਾ ਰਹੇ ਨੇ। ਜਦੋਂ ਆਪਾਂ ਨੂੰ ਵੀ ਯਾਦ ਹੋਏਗਾ ਕਿ 4.5 ਸਾਲ ਪਹਿਲਾਂ ਉਹ ਕੈਪਟਨ ਸਾਹਿਬ ਦੇ ਉੱਤੇ ਵੀ ਦਬਾਅ ਇਸੇ ਤਰ੍ਹਾਂ ਦਾ ਪਾਉਂਦੇ ਸੀਗੇ। ਉਸ ਤੋਂ ਬਾਅਦ ਜਦੋਂ ਚੰਨੀ ਸਾਹਿਬ ਬਣੇ ਉਦੋਂ ਵੀ ਲਗਾਤਾਰ ਉਹਨਾਂ ਨੇ ਪ੍ਰੈਸ਼ਰ ਬਣਾ ਕੇ ਰੱਖਿਆ ਹੈ। ਸੋ ਕਹਿਣ ਦਾ ਮਤਲਬ ਹੈ ਕਿ ਪੰਜਾਬ ਦੇ ਲੋਕਾਂ ਦੇ ਨਾਲ ਜੇ ਤੁਸੀਂ ਖੜਨਾ ਹੈ, ਪੰਜਾਬੀਆਂ ਦੇ ਨਾਲ ਖੜਨਾ ਹੈ, ਪੰਜਾਬ ਦੇ ਸੰਕਟਾਂ ਨੂੰ ਹੱਲ ਕਰਨਾ ਹੈ, ਤਾਂ ਤੁਹਾਨੂੰ ਉਸ ਸਾਰੇ ਸੰਕਟਾਂ ਨੂੰ ਜਿਹੜੇ ਪਹਿਲਾਂ ਤੁਹਾਡੇ ਪਿਛਲੇ ਜਿਹੜੇ ਵਾਅਦੇ ਨੇ ਉਹ ਤੁਹਾਨੂੰ ਪੂਰੇ ਕਰਨੇ ਪੈਣਗੇ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦਾ ਕੱਦ ਜਿਹੜਾ ਹੈਗਾ ਲਗਾਤਾਰ ਲੋਕਾਂ ਦੇ ਵਿੱਚ ਵਧੇਗਾ, ਔਰ ਜੇਕਰ ਇਹ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਇਹਦੇ ਨਾਲ ਚੰਨੀ ਸਰਕਾਰ ਜਿਹੜੀ ਹੈਗੀ ਹੈ ਉਹ ਲੈਟ ਡਾਊਨ ਹੋਏਗੀ, ਉਹਨਾਂ ਦਾ ਗ੍ਰਾਫ ਥੱਲੇ ਜਾਏਗਾ, ਔਰ ਉਹਦੇ ਨਾਲ ਕੀ ਹੋਏਗਾ ਕਿ ਨੁਕਸਾਨ 22 ਦੇ ਵਿੱਚ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਪਰ ਜੇਕਰ ਇਹ ਮਸਲੇ ਹੱਲ ਹੋ ਜਾਂਦੇ ਨੇ, ਜੇ ਚੰਨੀ ਸਾਹਿਬ ਸੱਚੀ ਮੁੱਚੀ ਹੈ ਜਿਵੇਂ ਉਹ ਬਿਆਨ ਵੀ ਦੇ ਰਹੇ ਨੇ ਕਿ ਮੈਂ ਮਸਲੇ ਹੱਲ ਕਰਦਾ, ਔਰ ਉਹਨਾਂ ਨੇ ਤਾਂ ਸਗੋਂ ਨਾਅਰਾ ਹੀ ਦਿੱਤਾ ਕਿ ਚੰਨੀ ਜਿਹੜਾ ਹੈਗਾ ਮਸਲੇ ਹੱਲ ਕਰਦਾ ਹੈ। ਸੋ ਜੇਕਰ ਉਹ ਸੱਚੀ ਮੁੱਚੀ ਮਸਲੇ ਹੱਲ ਕਰਦੇ ਨੇ ਤਾਂ ਇਹ ਮਸਲਾ ਜਿਹੜਾ ਵੱਡਾ ਮਸਲਾ ਹੈ ਕਿਉਂ ਨਹੀਂ ਹੱਲ ਕਰਦੇ? ਇਹ ਵੱਡੇ ਸਵਾਲ ਜਿਹੜੇ ਨੇ, ਕਿਉਂ ਉਹ ਲਗਾਤਾਰ ਜਿਹੜੀ ਹੈਗੀ ਅਦਾਲਤ ਦੀ ਅਣਦੇਖੀ ਕਰਕੇ, ਕਿ ਅਦਾਲਤ ਸਗੋਂ ਕਹਿ ਰਹੀ ਹੈ, ਉਹਨਾਂ ਨੂੰ ਕਿਹਾ ਜਾ ਰਿਹਾ ਕਿ ਭਾਈ ਤੁਸੀਂ ਆਪਣੇ ਤੌਰ ਤੇ ਮਸਲਾ ਹੱਲ ਕਰ ਦਿਓ, ਸਾਨੂੰ ਇਹਦੇ ਵਿੱਚ ਕਿਉਂ ਪਾ ਰਹੇ ਹੋ? ਸੋ ਕਹਿਣ ਦਾ ਮਤਲਬ ਹੈ ਕਿ ਇਹ ਮਸਲੇ ਜਿਹੜੇ ਨੇ ਉਹ ਹੱਲ ਹੋਣੇ ਚਾਹੀਦੇ ਨੇ। ਚੰਨੀ ਸਾਹਿਬ ਨੂੰ ਇਸ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ। ਇਹ ਮਸਲਾ ਜਿਹੜਾ ਹੈਗਾ ਪੰਜਾਬ ਦੇ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਹੈ। ਪੰਜਾਬ ਦੇ ਜਿਹੜੇ ਨੇ ਵੱਖ-ਵੱਖ ਜਿਹੜੇ ਵੱਡੇ ਵਾਅਦੇ ਪੰਜਾਬ ਨਾਲ ਸੰਬੰਧਿਤ ਕੀਤੇ ਸੀਗੇ, ਉਹਨਾਂ ਵਿੱਚੋਂ ਇੱਕ ਵੱਡਾ ਵਾਅਦਾ ਹੈ। ਸੋ ਇਸ ਕਰਕੇ ਇਸ ਮਸਲੇ ਨੂੰ ਕਦੇ ਵੀ ਪਿੱਛੇ ਨਹੀਂ ਸੁੱਟਿਆ ਜਾ ਸਕਦਾ, ਔਰ ਉਹਨਾਂ ਨੂੰ ਅੱਗੇ ਲਿਆਉਣਾ ਹੀ ਪਏਗਾ। ਚੰਨੀ ਸਾਹਿਬ ਨੂੰ ਇਹ ਮਸਲਾ ਜਿਹੜਾ ਹੈਗਾ ਹਰ ਹਾਲਤ ਦੇ ਵਿੱਚ ਹੱਲ ਕਰਨਾ ਪਏਗਾ, ਤਾਂ ਹੀ ਉਹਨਾਂ ਦਾ ਗ੍ਰਾਫ ਜਿਹੜਾ ਹੈਗਾ ਉੱਪਰ ਜਾਏਗਾ, ਤਾਂ ਹੀ ਚੰਨੀ ਸਾਹਿਬ ਜਿਹੜੇ ਨੇ ਇੱਕ ਵੱਡੇ ਨੇਤਾ ਦੇ ਤੌਰ ਤੇ ਉੱਭਰ ਸਕਦੇ ਨੇ, ਵੱਡੇ ਲੀਡਰ ਦੇ ਤੌਰ ਤੇ ਉੱਭਰ ਸਕਦੇ ਨੇ। ਸੋ ਇਸ ਕਰਕੇ ਉਹਨਾਂ ਨੂੰ ਜਿਹੜਾ ਮੌਕਾ ਮਿਲਿਆ ਹੈ ਉਹ ਇਸ ਫਾਈਲ ਨੂੰ ਖੋਲਣ ਔਰ ਜਨਤਕ ਕਰਨ, ਔਰ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਵੱਡੇ ਮਸਲੇ ਉਠਾਏ ਨੇ ਉਸ ਦਾ ਹੱਲ ਕਰਨ। ਹੋਰ ਵੀ ਜਿਹੜੇ 18-29 ਪ੍ਰੋਗਰਾਮ ਦੇ ਜਿਹੜੇ ਵੱਡੇ ਜਿਹੜੇ ਮਸਲੇ ਨੇ ਉਹ ਵੀ ਜਿਹੜੇ ਨੇ ਹੱਲ ਹੋਣੇ ਚਾਹੀਦੇ ਨੇ। ਸੋ ਇਸ ਕਰਕੇ ਸਮਾਂ ਬਹੁਤ ਘੱਟ ਹੈ,
ਪਰ ਦੇਖਦੇ ਆ, ਇਹ ਤਾਂ ਹੁਣ ਸਮਾਂ ਦੱਸੇਗਾ ਕਿ ਚੰਨੀ ਸਾਹਿਬ ਉਹ ਮਸਲੇ ਹੱਲ ਕਰ ਪਾਉਂਦੇ ਨੇ ਜਾਂ ਇਸੇ ਤਰ੍ਹਾਂ ਆਪਣਾ ਜਿਹੜਾ ਹੈਗਾ ਸਮਾਂ ਟਪਾਉਣਗੇ, ਜਿਵੇਂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਰੇਤ ਮਾਫੀਏ ਨੂੰ ਕੰਟਰੋਲ ਕਰਨ ਲਈ ਦੱਸਿਆ ਸੀਗਾ ਕਿ ਅਸੀਂ ਔਰ 5 ਦੂਜੀ ਗੱਲ ਇਹ ਰੁਪਏ ਵੀ ਜਾਂ ਹੈ, ਔਰ ਸਾਢੇ। ਦੂਜੀ ਡਾਕਟਰ ਸਾਹਿਬ, ਹਾਂ, ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਬੇਸ਼ੱਕ ਚੰਨੀ ਸਾਹਿਬ ਇਹ ਕਹਿ ਰਹੇ ਹੋਣ ਕਿ ਭਾਈ 5.5 ਰੁਪਏ ਅਸੀਂ ਰੇਤਾ ਕਰਤਾ, ਚੰਨੀ ਸਾਹਿਬ ਦੇ ਬੈਠਿਆਂ ਤੇ ਹੀ ਨਵਜੋਤ ਸਿੰਘ ਸਿੱਧੂ ਨੂੰ ਉੱਥੇ ਇਹ ਗੱਲ ਜੀ ਕਹਿਤੀ ਕਿ ਭਾਈ ਬੇਸ਼ੱਕ ਇਹ 5.5 ਰੁਪਏ ਰੇਤਾ ਕਰਤਾ, ਪਰ ਮਿਲਦਾ ਤਾਂ ਕਹਿੰਦੇ ਅੱਜ ਵੀ 34-35 ਰੁਪਏ ਨੂੰ ਹੀ ਹੈ, ਅੱਜ ਵੀ ਕਹਿੰਦੇ ਜੀ ਮਹਿੰਗਾ ਮਿਲ ਰਿਹਾ। ਯਾਨੀ ਕਿ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਨਵਜੋਤ ਸਿੰਘ ਸਿੱਧੂ ਨੇ ਖੁਦ ਹੀ। ਜੀ ਮੈਂ ਇਹੀ ਗੱਲ ਕਹਿਣਾ ਕਿ ਚੰਨੀ ਸਾਹਿਬ ਨੂੰ ਦੇਖੋ ਝੂਠ ਨਹੀਂ ਬੋਲਣਾ ਚਾਹੀਦਾ। ਇਸੇ ਤਰ੍ਹਾਂ ਕੇਬਲ ਦੀ ਜਦੋਂ ਗੱਲ ਆਉਂਦੀ ਹੈ ਤਾਂ ਕੇਬਲ ਬਾਰੇ ਵੀ ਨਹੀਂ, ਜਦੋਂ ਆਪਾਂ ਜੇ ਨਵਜੋਤ ਨਾ ਸਿੰਘ ਵੀ ਸਿੱਧੂ ਕਹੀਏ ਡਾਕਟਰ ਸਾਹਿਬ, ਜੇ ਆਪਾਂ ਇਹ ਗੱਲ ਨਾ ਵੀ ਕਹੀਏ ਕਿ ਚੰਨੀ ਝੂਠ ਬੋਲਦਾ ਜਾਂ ਕਿਵੇਂ ਆ, ਕਿਉਂਕਿ ਚੰਨੀ ਨੇ ਐਲਾਨ ਕੀਤਾ ਕਿ ਭਾਈ 5.5 ਰੁਪਏ ਕਰ ਦਿਓ, ਤਾਂ ਫਿਰ ਚੰਨੀ ਜੇ ਵਾਕਈ ਇੰਪਲੀਮੈਂਟ ਕਰਨਾ ਚਾਹੁੰਦਾ, ਜਿਵੇਂ ਹੁਣ ਆਮ ਆਦਮੀ ਪਾਰਟੀ ਉਹਨੂੰ ਆ ਕੇ ਕਹਿੰਦੀ ਹੈ ਕਿ ਭਾਈ ਇਹ ਸਿਰਫ ਐਲਾਨਜੀਤ ਹੈ, ਇਹਦਾ ਨਾਂ ਐਲਾਨਜੀਤ ਸਿੰਘ ਚੰਨੀ ਹੈ, ਸਿਰਫ ਐਲਾਨ ਕਰਦਾ, ਉਹਨੂੰ ਇੰਪਲੀਮੈਂਟ ਵੀ ਤਾਂ ਕਰਾਓ ਨਾ। ਕਹਿੰਦੇ ਐਲਾਨ ਕਰਨੇ ਸੌਖੇ ਆ, ਕੇਜਰੀਵਾਲ ਕਹਿੰਦੇ ਪਰ ਉਹਨੂੰ ਇੰਪਲੀਮੈਂਟ ਸਿਰਫ ਕੇਜਰੀਵਾਲ ਹੀ ਜਿਹੜਾ ਉਹ ਕਰਵਾ ਸਕਦਾ। ਤਾਂ ਫਿਰ ਕਹਿਣ ਦਾ ਭਾਵ ਮੈਂ ਉਹੀ ਕਹਿ ਰਿਹਾ ਕਿ ਅਸੀਂ ਨਹੀਂ ਕਹਿੰਦੇ ਕਿ ਚੰਨੀ ਝੂਠ ਬੋਲਦਾ ਜਾਂ ਕਿੱਦਾਂ, ਅਸੀਂ ਤਾਂ ਸਿਰਫ ਇਹ ਕਹਿੰਦੇ ਆ ਕਿ ਜੇ ਤੁਸੀਂ ਵਾਕਈ ਸੱਚ ਬੋਲਦੇ ਹੋ, ਜੇ ਤੁਸੀਂ ਵਾਕਈ ਲੋਕਾਂ ਨੂੰ ਰਾਹਤ ਦਿੰਦੇ ਹੋ ਕਿ ਭਾਈ ਅਸੀਂ 5.5 ਰੁਪਏ ਰੇਤਾ ਕਰਤਾ, ਤਾਂ ਫਿਰ ਜੇ ਕੋਈ ਮਹਿੰਗਾ ਵੇਚਦਾ ਉਹਨੂੰ ਫੜੋ ਨਾ, ਉਹਨੂੰ ਫੜ ਕੇ ਕਾਰਵਾਈ ਦਿਓ, ਇੱਕ ਕਾਂ ਮਾਰ ਕੇ ਟੰਗੋ, ਤੇ ਫਿਰ ਬਾਕੀ ਕਾਵਾਂ ਨੂੰ ਜਿਹੜਾ ਪਤਾ ਲੱਗ ਜਾਏ ਕਿ ਭਾਈ ਕਿਵੇਂ ਮਹਿੰਗਾ ਰੇਤਾ ਵੇਚਣਾ। ਜੇ ਸਰਕਾਰ ਜਿਹੜੀ ਹੈ ਐਲਾਨ ਕਰਕੇ ਕਹਿ ਰਹੀ ਹੈ ਕਿ ਭਾਈ ਅਸੀਂ 5.5 ਰੁਪਏ ਰੇਤਾ ਕਰਤਾ, ਜੇ ਫਿਰ ਵੀ ਮਹਿੰਗਾ ਵਿਕ ਰਿਹਾ ਤਾਂ ਫਿਰ ਆਪਦੇ ਅਫਸਰਾਂ ਨੂੰ ਫੜੋ, ਤੇ ਆਪਦੇ ਜਿਹੜੇ ਇਹਦੇ ਕੰਮਕਾਜ ਦੇ ਵਿੱਚ ਲਾਏ ਹੋਏ ਤੁਸੀਂ ਅਫਸਰ ਨੇ, ਉਹਨਾਂ ਦੀ ਟੂਟੀ ਟੈਟ ਕਰੋ ਨਾ ਕਿ ਭਾਈ ਇਹ ਕੀ ਹੋ ਰਿਹਾ। ਮੈਂ ਤਾਂ 5.5 ਰੁਪਏ ਕਿਹਾ ਸੀ, ਜਦੋਂ ਨਵਜੋਤ ਸਿੰਘ ਸਿੱਧੂ ਨੇ ਉੱਥੇ ਗੱਲ ਕਹਿਤੀ ਸੀ ਚੰਨੀ ਨੂੰ, ਉਦੋਂ ਹੀ ਜਿਹੜਾ ਐਕਸ਼ਨ ਤੇ ਸਟੈਂਡ ਲੈਣਾ ਬਣਦਾ ਸੀ ਕਿ ਭਾਈ ਅੱਛਾ ਇਹ ਗੱਲ ਹੋ ਰਹੀ ਹੈ, ਮੇਰੇ ਕਹਿਣ ਦੇ ਬਾਵਜੂਦ ਵੀ ਇਹ ਗੱਲ ਹੋ ਰਹੀ ਹੈ, ਅਫਸਰਾਂ ਨੂੰ ਵੀ ਠੋਕੋ, ਜਿਹੜੇ ਹੋਰ ਲੋਕ ਨੇ ਉਹ ਵੀ ਇਹਦੇ ਵਿੱਚ ਇਨਵੋਲਵ, ਉਹਨਾਂ ਨੂੰ ਵੀ ਠੋਕਣਾ ਚਾਹੀਦਾ ਜੇ ਵਾਕਈ ਤੁਸੀਂ ਇਸ ਪਾਲਿਸੀ ਨੂੰ ਲਾਗੂ ਕਰਨਾ ਚਾਹੁੰਦੇ ਆ ਤਾਂ। ਜੀ ਮੈਂ ਇਹੀ ਗੱਲ ਕਹਿ ਰਿਹਾ ਕਿ ਇਸ ਵੇਲੇ ਉਹਨਾਂ ਕੋਲੇ ਸੱਤਾ ਹੈ, ਪਾਵਰ ਕਿਹਦੇ ਕੋਲੇ ਹੈ? ਸਵਾਲ ਇਹ ਹੈ, ਪਾਵਰ ਚੰਨੀ ਸਾਹਿਬ ਕੋਲੇ ਹੈ, ਔਰ ਉਸ ਪਾਵਰ ਦਾ ਜੇਕਰ ਇਸਤੇਮਾਲ ਸਹੀ ਤਰੀਕੇ ਨਾਲ ਹੋਏਗਾ ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇਗੀ, ਚਾਹੇ ਉਹ ਬਿਜਲੀ ਬਿੱਲਾਂ ਦਾ ਮਸਲਾ ਹੋਵੇ, ਚਾਹੇ ਉਹ ਰੇਤਾ ਬਜਰੀ ਦਾ ਮਸਲਾ ਹੋਵੇ, ਚਾਹੇ ਉਹ ਕੇਬਲ ਦਾ ਮਸਲਾ ਹੋਵੇ, ਜਾਂ ਹੋਰ ਵੀ ਜਿੰਨੇ ਵੀ ਵਾਅਦੇ ਚੰਨੀ ਸਾਹਿਬ ਕਰ ਰਹੇ ਨੇ, ਜੇਕਰ ਉਹਨਾਂ ਨੂੰ ਸਿਰਫ ਐਲਾਨਾਂ ਤੱਕ ਹੀ ਸੀਮਿਤ ਰੱਖਣਗੇ ਤਾਂ ਉਹਦੇ ਨਾਲ ਨੁਕਸਾਨ ਹੋਏਗਾ ਹੀ ਹੋਏਗਾ 22 ਦੇ ਵਿੱਚ, ਔਰ ਜੇਕਰ ਉਹਨਾਂ ਨੂੰ ਹੱਲ ਕਰਾਉਣਗੇ ਤਾਂ ਉਹਨਾਂ ਦਾ ਜਿਹੜਾ ਕੱਦ ਹੈ ਬਹੁਤ ਵੱਡਾ ਹੋਏਗਾ, ਔਰ ਇੱਕ ਇਤਿਹਾਸਿਕ ਪਾਰੀ ਖੇਡ ਸਕਦੇ ਆ ਚੰਨੀ ਸਾਹਿਬ, ਕਿਉਂਕਿ ਉਹਨਾਂ ਕੋਲੇ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਥੋੜੇ, ਜਿਵੇਂ ਮੈਨੂੰ ਯੁਵਰਾਜ ਹੋਰਾਂ ਦੀ ਜਿਹੜੀ ਰਿਕਾਰਡ ਹੈ ਉਹ ਯਾਦ ਆਉਂਦਾ ਕਿ 6 ਬਾਲਾਂ ਤੇ 6 ਛਿੱਕੇ ਮਾਰੇ ਸੀ ਉਹਨਾਂ ਨੇ। ਸੋ ਇਸ ਕਰਕੇ ਜੇਕਰ ਉਹ ਰਿਕਾਰਡ ਇਸ ਤਰ੍ਹਾਂ ਦਾ ਯੁਵਰਾਜ ਵਰਗਾ ਬਣਾ ਲੈਣ ਤਾਂ ਲਾਜ਼ਮੀ ਤੌਰ ਤੇ ਇਤਿਹਾਸ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਏਗਾ। ਸਮਾਂ ਥੋੜਾ ਸਰਕਾਰ ਕੋਲੇ, ਬੌਲਾਂ ਥੋੜੀਆਂ, ਗੱਲ ਤੁਹਾਡੀ ਠੀਕ ਹੈ। ਹੁਣ ਸਿੰਗਲ ਡਬਲ ਦੇ ਨਾਲ ਗੱਲ ਨਹੀਂ ਬਣਨੀ, ਹੁਣ ਤੇ ਬਾਉਂਡਰੀਆਂ ਹੀ ਚਾਹੀਦੀਆਂ ਨੇ ਸਰਕਾਰ। ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ। ਤੇ ਇੱਥੇ ਦੱਸ ਦਈਏ ਕਿ ਜਿਸ ਤਰੀਕੇ ਦੇ ਹਾਲਾਤ ਕਾਂਗਰਸ ਦੇ ਅੰਦਰ ਚੱਲ ਰਹੇ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਹਾਲਾਤ ਕਾਂਗਰਸ ਦੇ ਹੋਰ ਵੀ ਜ਼ਿਆਦਾ ਜਿਹੜੇ ਆ ਉਹ ਵਿਗੜ ਸਕਦੇ ਨੇ, ਕਾਟੋ ਕਲੇਸ਼ ਹੋਰ ਵੀ ਜ਼ਿਆਦਾ ਵੱਧ ਸਕਦਾ ਤੇ ਮੁਸ਼ਕਲਾਤਾਂ ਜਿਹੜੀਆਂ ਉਹ ਤਾਂ ਵਧਣਗੀਆਂ, ਕਿਉਂਕਿ ਚੋਣਾਂ ਸਿਰ ਤੇ ਨੇ, ਮਸਲੇ ਲੋਕਾਂ ਦੇ ਹੱਲ ਨਹੀਂ ਹੋਏ, ਜਿਹਦੇ ਕਰਕੇ ਕਾਂਗਰਸ ਆਪਦੇ ਵਿੱਚ ਹੀ ਜਿਹੜੀ ਹੈ ਕਾਟੋ ਕਲੇਸ਼ ਹੋਈ ਜਾ ਰਹੀ ਹੈ, ਆਪਸ ਦੇ ਵਿੱਚ ਹੀ ਖੈਬੜੀ ਜਾ ਰਹੀ ਹੈ, ਤੇ ਵਿਰੋਧੀਆਂ ਨਾਲ ਖੇਪਣ ਦਾ ਤਾਂ ਹਾਲੇ ਉਹਨਾਂ ਕੋਲ ਟਾਈਮ ਹੀ ਨਹੀਂ ਲੱਗ ਰਿਹਾ। ਅਗਲੀ ਖਬਰ ਦੇ ਵਾਲੇ ਪਾਸੇ ਵਧਦੇ ਹਾਂ ਡਾਕਟਰ ਸਾਹਿਬ, ਇਸੇ ਕੜੀ ਦੇ ਵਿੱਚ, ਕਾਟੋ ਕਲੇਸ਼ ਵਾਲੀ ਕੜੀ ਦੇ ਵਿੱਚ ਹੀ ਆਪਾਂ ਇਹਨੂੰ ਲੈ ਲੈਂਦੇ ਹਾਂ, ਕਿਉਂਕਿ ਜਦੋਂ ਤੋਂ ਪ੍ਰਧਾਨ ਹਟਾਏ ਗਏ ਨੇ ਸੁਨੀਲ ਜਾਖੜ, ਉਦੋਂ ਤੋਂ ਘਰ ਬੈਠ ਗਏ ਨੇ, ਇੱਕਾ ਦੁੱਕਾ ਪ੍ਰੋਗਰਾਮਾਂ ਦੇ ਵਿੱਚ ਕੋਈ ਭਲਾਂ ਚਲੇ ਗਏ ਹੁਣ ਕਿਤੇ ਮਾੜਾ ਮੋਟਾ, ਪਰ ਹਾਲੇ ਉਹ ਘਰ ਦੇ ਵਿੱਚ ਹੀ ਬੈਠੇ ਨਜ਼ਰ ਆ ਰਹੇ ਨੇ। ਬੇਸ਼ੱਕ ਉਹਨਾਂ ਨੂੰ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਆਪਣੇ ਨਾਲ ਲੈ ਗਏ ਸੀ ਉੱਥੇ, ਤੇ ਪਰ ਉਸ ਤੋਂ ਬਾਅਦ ਵਾਪਸ ਆ ਕੇ ਵੀ ਜਿਹੜਾ ਹੈਗਾ ਸੁਨੀਲ ਜਾਖੜ ਚੁੱਪ ਕਰਕੇ ਘਰ ਦੇ ਵਿੱਚ ਬੈਠੇ ਹੋਏ ਨੇ। ਤੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਕਿ ਕਾਂਗਰਸ ਜਿਹੜੀ ਆ ਹਿੰਦੂ ਨੇਤਾਵਾਂ ਨੂੰ ਟਾਰਗੇਟ ਕੀਤੀ ਜਾ ਰਹੀ ਹੈ, ਜਿਸ ਦੇ ਡਰ ਤੋਂ ਕਹਿੰਦੇ ਕਿ ਹਰੀਸ਼ ਚੌਧਰੀ ਮਨਾਉਣ ਦੇ ਲਈ ਗਏ ਸੀਗੇ ਆਪਣੇ ਸੁਨੀਲ ਜਾਖੜ ਨੂੰ, ਤੇ ਕਹਿੰਦੇ ਜੇ ਮਨਾਉਣ ਤੋਂ ਬਾਅਦ ਬਾਹਰ ਨਿਕਲੇ ਤੇ ਖਾਲੀ ਹੱਥ ਵਾਪਸ ਆਏ ਨੇ। ਕੀ ਇਸ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ? ਕਿਉਂ ਜਾਖੜ ਨਾਰਾਜ਼ ਨੇ ਤੇ ਕਿਸ ਤਰੀਕੇ ਦੇ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਮੀਟਿੰਗ ਦੇ ਵਿੱਚ ਗੱਲਬਾਤ ਕੀ ਹੋਈ ਤੇ ਖਾਲੀ ਹੱਥ ਕਿਉਂ ਪਰਤੇ? ਸੁਖਵਿੰਦਰ ਜੀ, ਜਾਖੜ ਸਾਹਿਬ ਨੂੰ ਵੱਡੇ 2 ਝਟਕੇ ਲੱਗੇ ਸੀ, ਆਪਾਂ ਸਾਰੇ ਜਾਣਦੇ ਹਾਂ। ਇੱਕ ਤਾਂ ਉਹਨਾਂ ਨੂੰ ਪ੍ਰਧਾਨਗੀ ਤੋਂ ਲਾ ਦਿੱਤਾ ਗਿਆ ਸੀ, ਔਰ ਵੱਡੀ ਨਾਰਾਜ਼ਗੀ ਉਹਨਾਂ ਨੇ ਉਸ ਦਿਨ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਸੀਗਾ, ਔਰ ਸਟੇਜ ਉੱਤੋਂ ਵੀ ਉਹਨਾਂ ਦੀ ਨਾਰਾਜ਼ਗੀ ਜਿਹੜੀ ਸੀ ਝਲਕ ਰਹੀ ਸੀਗੀ। ਔਰ ਦੂਜੀ ਵੱਡੀ ਨਾਰਾਜ਼ਗੀ ਉਹਨਾਂ ਨੂੰ
ਉਹਨਾਂ ਨੂੰ ਉਸ ਵੇਲੇ ਹੋਈ ਜਦੋਂ ਮੁੱਖ ਮੰਤਰੀ ਬਣਦਿਆਂ ਉਹਦੇ ਵਿੱਚ ਮਤਲਬ ਦੁੱਧ 'ਚ ਕਾਂਜੀ ਘੋਲ ਦਿੱਤੀ ਗਈ। ਸੋ ਉਸ ਕਰਕੇ ਵੀ ਉਹਨਾਂ ਨੂੰ ਨਾਰਾਜ਼ਗੀ ਹੋਈ। ਸੋ ਉਸ ਕਰਕੇ ਅੱਜ ਜਿਹੜੇ ਜਾਖੜ ਸਾਹਿਬ ਗੱਲ ਕਰ ਰਹੇ ਨੇ ਕਿ ਮੈਂ ਬਿਲਕੁਲ ਕਾਂਗਰਸ ਦੇ ਵਿੱਚ ਰਹਾਂਗਾ, ਪਰ ਮੈਂ ਚੰਨੀ ਸਾਹਿਬ ਦੇ ਅੰਡਰ ਕੰਮ ਨਹੀਂ ਕਰਾਂਗਾ। ਇਹ ਗੱਲ ਉਹਨਾਂ ਨੇ ਸਿੱਧੇ ਤੌਰ ਤੇ ਆਪਣੇ ਜਿਹੜੇ ਨੇ ਪ੍ਰਭਾਰੀ ਨੇ ਪੰਜਾਬ ਦੇ ਉਹਨਾਂ ਨਾਲ ਕੀਤੀ ਹੈ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਕਾਂਗਰਸ ਬੇਸ਼ੱਕ ਛੱਡਾਂਗਾ ਨਹੀਂ, ਪਰ ਮੈਂ ਉਨੀ ਦੇਰ ਕੰਮ ਨਹੀਂ ਕਰਾਂਗਾ, ਉਨੀ ਦੇਰ ਮੈਂ ਬਾਹਰ ਨਹੀਂ ਆਵਾਂਗਾ, ਪਾਰਟੀ ਦੇ ਕੰਮਾਂ 'ਚ ਮੈਂ ਕੋਈ ਦਖਲਅੰਦਾਜ਼ੀ ਨਹੀਂ ਕਰੂੰਗਾ ਜਿੰਨੀ ਦੇਰ ਚੰਨੀ ਸਾਹਿਬ ਮੁੱਖ ਮੰਤਰੀ ਰਹਿਣਗੇ। ਸੋ ਇਹ ਬਹੁਤ ਵੱਡਾ ਬਿਆਨ ਦਿੱਤਾ ਹੈ ਔਰ ਮੈਨੂੰ ਲੱਗਦਾ ਹੈ ਕਿ ਇਦਾਂ ਦੀ ਗੱਲ ਉਹਨਾਂ ਨੂੰ ਨਹੀਂ ਸੀ ਕਰਨੀ ਚਾਹੀਦੀ, ਕਿਉਂਕਿ ਪਾਰਟੀ ਦੇ ਵਿੱਚ ਇਦਾਂ ਦੀਆਂ ਜਦੋਂ ਤੁਸੀਂ ਧੜੇਬੰਦੀਆਂ ਬਣਾ ਲੈਂਦੇ ਹੋ, ਕਹਿੰਦੇ ਕੰਮ ਕਰਨ ਤੋਂ ਉਹਨਾਂ ਨੇ ਸਾਫ਼ ਹੀ ਮਨਾ ਕਰਤਾ, ਸਾਫ਼ ਇਨਕਾਰ ਕੀਤਾ। ਔਰ ਇਹ ਬਹੁਤ ਮੈਨੂੰ ਲੱਗਦਾ ਹੈ ਕਿ ਕੋਈ ਬਹੁਤੀ ਇਹ ਕੋਈ ਚੰਗਾ ਬਿਆਨ ਨਹੀਂ ਹੈ, ਬਹੁਤ ਚੰਗਾ ਸਟੈਂਡ ਇਹਨੂੰ ਨਹੀਂ ਕਹਿ ਸਕਦੇ, ਇਹ ਕੋਈ ਪੋਲੀਟੀਕਲ ਸਟੈਂਡ ਨਹੀਂ ਹੈ। ਔਰ ਪਾਰਟੀ ਮੈਨੂੰ ਲੱਗਦਾ ਹੈ ਕਿ ਪਾਰਟੀ ਵੱਡੀ ਹੁੰਦੀ ਹੈ ਔਰ ਪਾਰਟੀ ਦੇ ਵਿੱਚ ਜਿਵੇਂ ਅਨੁਸ਼ਾਸਨ ਦੀ ਗੱਲ ਹੁੰਦੀ ਹੈ ਉਹ ਅਨੁਸ਼ਾਸਨ ਕਾਇਮ ਹੋਣਾ ਚਾਹੀਦਾ ਹੈ। ਔਰ ਆਪਾਂ ਨੂੰ ਵੀ ਪਤਾ ਹੈ ਕਿਉਂਕਿ ਉਹ ਪ੍ਰਧਾਨ ਰਹੇ ਨੇ ਔਰ ਅਨੁਸ਼ਾਸਨ ਦੀ ਜਿਹੜੀ ਇੱਕ ਅਹਿਮੀਅਤ ਹੁੰਦੀ ਹੈ ਉਹ ਜ਼ਿਆਦਾ ਜਾਣਦੇ ਨੇ ਬਾਕੀਆਂ ਨਾਲੋਂ। ਸੋ ਇਸ ਕਰਕੇ ਇੱਕ ਪ੍ਰਧਾਨ, ਸਾਬਕਾ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ, ਸਗੋਂ ਪਾਰਟੀ ਦੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ। ਪਰ ਆਪਾਂ ਇੱਥੇ ਦੇਖ ਰਹੇ ਹਾਂ ਕਿ ਬੇਸ਼ੱਕ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰਭਾਰੀ ਦੇ ਵੱਲੋਂ, ਪਰ ਉਹ ਨਹੀਂ ਮੰਨੇ। ਔਰ ਇਸੇ ਕਰਕੇ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਜਿਹੜਾ ਹਿੰਦੂ ਚਿਹਰਾ ਹੈ ਉਹਨਾਂ ਨੂੰ ਅੱਗੇ ਲਿਆਂਦਾ ਜਾਏ। ਬੇਸ਼ੱਕ ਸੋਨੀ ਜੀ ਨੂੰ ਉਹਨਾਂ ਨੇ ਉਪ ਮੁੱਖ ਮੰਤਰੀ ਬਣਾ ਕੇ ਹਿੰਦੂਆਂ ਨੂੰ ਖੁਸ਼ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ, ਪਰ ਕਿਤੇ ਨਾ ਕਿਤੇ ਜਿਹੜੇ ਜਾਖੜ ਸਾਹਿਬ ਨੇ ਉਹ ਇਹ ਮਸਲਾ ਵੀ ਜਿਹੜਾ ਹੈਗਾ ਉਠਾਉਂਦੇ ਨਜ਼ਰ ਆਏ ਨੇ। ਸੋ ਉਮੀਦ ਕਰਨੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਹੁਲ ਜੀ ਜਾਂ ਪ੍ਰਿੰਕਾ ਜੀ ਇਸ ਮਸਲੇ ਦੇ ਵਿੱਚ ਪੈਣਗੇ। ਔਰ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਇਹ ਵੀ ਗੱਲ ਹਰੀਸ਼ ਚੌਧਰੀ ਦੇ ਵੱਲੋਂ ਕਹੀ ਗਈ ਸੀ ਕਿ ਭਾਈ ਠੀਕ ਹੈ, ਜੇ ਤੁਸੀਂ ਚੰਨੀ ਦੀ ਅਗਵਾਈ ਦੇ ਵਿੱਚ ਸਰਕਾਰ ਦੇ ਵਿੱਚ ਤੁਸੀਂ ਨਹੀਂ ਕੰਮ ਕਰ ਸਕਦੇ ਤਾਂ ਤੁਸੀਂ ਫਿਰ ਸੰਗਠਨ ਦੇ ਵਿੱਚ ਆ ਜਾਓ, ਸੰਗਠਨ ਦੇ ਵਿੱਚ ਆ ਕੇ ਤੁਸੀਂ ਆਪਣੀ ਅਗਵਾਈ ਮਤਲਬ ਕਰੋ। ਉਧਰ ਵੀ ਜਾਣ ਬਾਰੇ ਕਹਿੰਦੇ ਕੋਈ ਉਹਨਾਂ ਨੇ ਕੋਈ ਇੱਛਾ ਜ਼ਾਹਿਰ ਨਹੀਂ ਕੀਤੀ ਜਾਂ ਫਿਰ ਉਧਰ ਵੀ ਜਾਣ ਬਾਰੇ ਪ੍ਰਤੀਕਿਰਿਆ ਨਹੀਂ ਦਿੱਤੀ, ਕਿਉਂਕਿ ਚਾਹੇ ਉਹ ਸਰਕਾਰ 'ਚ ਜਾਣ ਤਾਂ ਫਿਰ ਅਗਵਾਈ ਉਧਰ ਸਰਕਾਰ ਦੀ ਅਗਵਾਈ ਚਰਨਜੀਤ ਸਿੰਘ ਚੰਨੀ ਕਰ ਰਹੇ ਨੇ, ਜੇ ਸੰਗਠਨ ਦੇ ਵਿੱਚ ਆਉਂਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ। ਇਹਦਾ ਮਤਲਬ ਇਹ ਹੈ ਕਿ ਜਾਖੜ ਵੀ ਅਗਵਾਈ ਭਾਲਦੇ ਨੇ, ਜਾਖੜ ਵੀ ਫਿਰ ਵੱਡੀ ਕੁਰਸੀ ਭਾਲਦੇ ਨੇ। ਜੀ ਦੇਖੋ, ਵੱਡੀ ਕੁਰਸੀ ਦਾ ਦੇਖੋ ਜਿਹੜਾ ਵੀ ਬੰਦਾ ਸਿਆਸਤ 'ਚ ਆਉਂਦਾ ਹੈ ਉਹ ਵੱਡੀ ਤੋਂ ਵੱਡੀ ਕੁਰਸੀ ਦਾ ਚਾਹੁੰਦਾ ਹੈ। ਇਸ ਕਰਕੇ ਜਾਖੜ ਸਾਹਿਬ ਦੀ ਇੱਕ ਜਿਹੜੀ ਇਦਾਂ ਦੀ ਇੱਛਾ ਸ਼ਕਤੀ ਹੈ ਉਹ ਇੱਕ ਨੈਚੁਰਲ ਇੱਛਾ ਹੈ। ਸੋ ਵਧੀਆ ਗੱਲ ਹੈ, ਹੋਣੀ ਚਾਹੀਦੀ ਹੈ। ਪਰ ਜਿਹੜੀ ਮੈਂ ਇੱਥੇ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਆਪਣੇ ਕੱਦ ਨੂੰ ਵੱਡਾ ਕਰੋ, ਆਪਣੇ ਗ੍ਰਾਫ ਨੂੰ ਵੱਡਾ ਕਰੋ। ਤੁਸੀਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇਹ ਕਹੋ ਜੀ ਮੈਂ ਤਾਂ ਫਲਾਣੇ ਬੰਦੇ ਦੇ ਥੱਲੇ ਕੰਮ ਨਹੀਂ ਕਰਨਾ ਔਰ ਮੈਂ ਤਾਂ ਫਲਾਣੇ ਦੇ ਕਰੂੰਗਾ। ਇਦਾਂ ਦੀਆਂ ਗੱਲਾਂ ਜਿਹੜੀਆਂ, ਇਦਾਂ ਦੀ ਸ਼ਰਤਾਂ ਜਦੋਂ ਤੁਸੀਂ ਰੱਖਦੇ ਹੋ ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਸੰਗਠਨ ਵੀ ਤੁਹਾਡਾ ਕਮਜ਼ੋਰ ਹੁੰਦਾ ਹੈ, ਉਹਦੇ ਨਾਲ ਪਾਰਟੀ ਦੀ ਛਵੀ ਵੀ ਕਮਜ਼ੋਰ ਹੁੰਦੀ ਹੈ, ਉਹਦੇ ਨਾਲ ਸਰਕਾਰ ਦੀ ਜਿਹੜੀ ਛਵੀ ਹੈ ਉਹ ਵੀ ਡਾਊਨ ਹੁੰਦੀ ਹੈ। ਸੋ ਇਸ ਕਰਕੇ ਜਾਖੜ ਸਾਹਿਬ ਨੂੰ ਇੱਕ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ, ਕਿਉਂਕਿ ਪਾਰਟੀ ਦੇ ਵਿੱਚ ਜਿਹੜੇ ਅਹੁਦੇਦਾਰੀਆਂ ਹੁੰਦੀਆਂ ਨੇ ਜਾਂ ਕੁਰਸੀਆਂ ਹੁੰਦੀਆਂ ਨੇ ਇਹ ਇੱਕ ਆਉਣ ਜਾਣ ਵਾਲੀ ਗੱਲ ਹੁੰਦੀ ਹੈ। ਇਹਦੇ 'ਚ ਇਹ ਨਹੀਂ ਹੁੰਦਾ ਕਿ ਤੁਸੀਂ ਇੱਕ ਵਾਰੀ ਜੇ ਤੁਹਾਡੇ ਤੋਂ ਅਹੁਦਾ ਲੈ ਲਿਆ ਮੁੜ ਕੇ ਤੁਹਾਨੂੰ ਮਿਲੇਗਾ ਨਹੀਂ ਹੈ। ਔਰ ਇਸੇ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਕੋਈ ਵੀ ਪਾਰਟੀ ਆ, ਚਾਹੇ ਇਦਾਂ ਦੀ ਜਿਹੜੀਆਂ ਸ਼ਰਤਾਂ ਜਦੋਂ ਤੁਸੀਂ ਲਗਾ ਕੇ ਚੱਲਦੇ ਹੋ ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਪਾਰਟੀ ਜਿਹੜੀ ਛਵੀ ਹੈ ਉਹ ਖਰਾਬ ਹੋ ਰਹੀ ਹੈ। ਔਰ ਖਾਸ ਤੌਰ ਤੇ ਉਦੋਂ ਜਦੋਂ ਬਿਲਕੁਲ ਨੇੜੇ ਨੇ, ਇਸ ਵੇਲੇ ਚੋਣਾਂ ਦੇ ਵਿੱਚ ਬਹੁਤ ਥੋੜਾ ਸਮਾਂ ਬਚਿਆ ਹੈ, ਤਾਂ ਇਸ ਵੇਲੇ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਜਾਖੜ ਸਾਹਿਬ ਨੂੰ ਮੰਨ ਜਾਣਾ ਚਾਹੀਦਾ ਔਰ ਪਾਰਟੀ ਦੇ ਵਿੱਚ ਅਨੁਸ਼ਾਸਨ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਕੰਮ ਕਰਨਾ ਚਾਹੀਦਾ। ਇਹਦੇ ਨਾਲ ਪਾਰਟੀ ਦਾ ਵੀ ਭਲਾ ਹੈ, ਇਹਦੇ ਨਾਲ ਉਹਨਾਂ ਦਾ ਆਪਣਾ ਜਿਹੜਾ ਕੈਰੀਅਰ ਹੈ, ਆਪਣਾ ਜਿਹੜਾ ਰਾਜਨੀਤਿਕ ਕੱਦ ਹੈ ਉਹ ਵੀ ਵੱਡਾ ਹੋਏਗਾ। ਔਰ ਉਮੀਦ ਕਰਨੀ ਬਣਦੀ ਹੈ ਕਿ ਜਾਖੜ ਸਾਹਿਬ ਇੱਕ ਸਿਆਣੇ ਸੁਲਝੇ ਹੋਏ ਜਿਹੜਾ ਹੈ ਕਿ ਉਹਨਾਂ ਨੂੰ ਵਿਰਾਸਤ ਦੇ ਵਿੱਚ ਸਿਆਸਤ ਮਿਲੀ ਹੈ। ਸੋ ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਜਲਦੀ ਉਹ ਇਸ ਨੂੰ ਸਮਝਣਗੇ ਔਰ ਪਾਰਟੀ ਦੇ ਵਿੱਚ ਕੰਮ ਕਰਦੇ ਨਜ਼ਰ ਆ ਸਕਦੇ ਨੇ। ਜੀ ਸੁਖਿੰਦਰ ਜੀ, ਬਿਲਕੁਲ। ਤਾਂ ਦੂਜੇ ਪਾਸੇ ਆਪਾਂ ਗੱਲਬਾਤ ਕਰੀਏ ਪਟਿਆਲੇ ਦੇ ਵਿੱਚ ਜੋ ਕੱਲ ਸਥਿਤੀ ਬਣੀ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ ਦੇ ਦਿੱਤਾ ਕਾਂਗਰਸ ਸਰਕਾਰ ਨੇ ਜਿਹੜਾ ਹੈਗਾ ਆਪਣਾ ਇੱਥੇ ਮੇਅਰ ਬਣਾ ਲਿਆ ਤੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਸਮਰਥਕ ਮੇਅਰ ਸੀਗਾ ਉਹਨੂੰ ਹਟਾ ਦਿੱਤਾ। ਪਰ ਸਥਿਤੀ ਜਿਉਂ ਦੀ ਤਿਉਂ ਹਾਲੇ ਵੀ ਬਣੀ ਹੋਈ ਹੈ। ਉਧਰ ਬ੍ਰਹਮਿੰਦਰਾ ਕਹਿੰਦੇ ਕਿ ਅਸੀਂ ਜਿਹੜਾ ਮੇਅਰ ਸਸਪੈਂਡ ਕਰਤਾ ਕਿਉਂਕਿ ਮੇਅਰ ਦੇ ਕੋਲੇ ਬਹੁਮਤ ਨਹੀਂ ਸੀ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿ ਰਹੇ ਨੇ ਕਿ ਭਾਈ ਜਿੰਨੀ ਸਾਨੂੰ ਬਹੁਮਤ ਦੀ ਲੋੜ ਸੀ ਸਾਡੇ ਕੋਲੇ ਹੈਗੀ ਹੈ,
ਸਾਡਾ ਮੇਅਰ ਨਹੀਂ ਹਟਾਇਆ ਜਾ ਸਕਦਾ, ਸਾਡਾ ਮੇਅਰ ਨਹੀਂ ਸਸਪੈਂਡ ਕੀਤਾ ਜਾ ਸਕਦਾ। ਕਹਿੰਦੇ ਜਿਹੜਾ ਉਹ ਬੇਭਰੋਸਗੀ ਮਤਾ ਲੈ ਕੇ ਆਏ ਸੀਗੇ ਉਹ ਜਿਹੜਾ ਅਸੀਂ ਤੋੜਤਾ, ਉਹ ਫੇਲ ਕਰਤਾ, ਤੇ ਹੁਣ ਸਥਿਤੀ बढ़ेगी की ਹੁਣ ਅੱਗੇ ਚੱਲੇਗਾ ਕਿਵੇਂ? ਸੁਖਵਿੰਦਰ ਜੀ, ਕਹਾਵਤ ਹੈ ਕਿ ਜਿਸकी ਲਾਠੀ ਉਸकी ਭੈਂਸ। ਇਹ ਸਿੱਧੀ ਜੀ ਸਪਸ਼ਟ ਹੈ। ਜਦੋਂ ਇਹ ਐਮਸੀ ਦੀਆਂ ਚੋਣਾਂ ਹੋ ਰਹੀਆਂ ਸੀਗੀਆਂ ਉਸ ਵੇਲੇ ਵੀ ਅਸੀਂ ਇਸ ਨੂੰ ਸਾਰੇ ਨੂੰ ਕਵਰ ਕੀਤਾ ਸੀਗਾ, ਔਰ ਉਸ ਵੇਲੇ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਵਾਲੇ ਬਹੁਤ ਰੌਲਾ ਪਾ ਰਹੇ ਸੀਗੇ ਕਿ ਧੱਕਾ ਹੋਇਆ ਇਹ ਐਮਸੀ ਦੀਆਂ ਚੋਣਾਂ ਦੇ ਵਿੱਚ, ਕਿਸੇ ਦਾ ਸਿਰ ਫਾੜ ਗਿਆ, ਕਿਸੇ ਨੂੰ ਜਿਹੜੇ ਹੈਗੇ ਰੋੜੇ ਮਾਰੇ ਗਏ। ਸੋ ਉਸ ਤੋਂ ਪਹਿਲਾਂ ਤੁਸੀਂ ਦੇਖੋਗੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਤੋੜ ਦਿੱਤੀ ਗਈ ਸੀਗੀ ਐਮਸੀ ਦੀਆਂ ਚੋਣਾਂ ਦੇ ਵਿੱਚ। ਸੋ ਕਹਿਣ ਦਾ ਮਤਲਬ ਹੈ ਕਿ ਚੋਣਾਂ ਤੋਂ ਲੈ ਕੇ ਮੇਅਰ ਬਣਨ ਤੱਕ ਇਹ ਸਾਰੀਆਂ ਚੀਜ਼ਾਂ ਬਣਦੀਆਂ ਰਹੀਆਂ ਨੇ, ਔਰ ਉਸੇ ਦਾ ਮੇਅਰ ਬਣਦਾ ਹੈ ਜਿਹਦੀ ਸਰਕਾਰ ਹੁੰਦੀ ਹੈ। ਇਹ ਮੇਅਰ ਸਾਹਿਬ ਨੂੰ ਵੀ ਬਿੱਟੂ ਜਿਹੜੇ ਪੁਰਾਣੇ ਜਿਹੜੇ ਸਾਬਕਾ, ਹੁਣ ਤਾਂ ਆਪਾਂ ਕਹਿ ਸਕਦੇ ਕਿ ਸਾਬਕਾ ਮੇਅਰ ਸੀਗੇ, ਉਹ ਵੀ ਇਸ ਗੱਲ ਨੂੰ ਮੰਨਦੇ ਸੀਗੇ ਕਿ ਸਾਡੀ ਸਰਕਾਰ ਹੈ, ਇਸ ਕਰਕੇ ਸਾਡਾ ਮੇਅਰ ਬਣੇਗਾ। ਸੋ ਹੁਣ ਕਿਉਂਕਿ ਕਾਂਗਰਸ ਦੀ ਸਰਕਾਰ ਆ ਗਈ, ਕੈਪਟਨ ਸਾਹਿਬ ਨੇ ਦੂਸਰੀ ਪਾਰਟੀ ਬਣਾ ਲਈ ਹੈ, ਸੋ ਇਸ ਕਰਕੇ ਇੱਕ ਨੈਚੁਰਲ ਇਹ ਸੀਗਾ, ਕੁਦਰਤੀ ਸੀਗਾ ਕਿ ਜਿਸ ਦੀ ਸਰਕਾਰ ਹੋਏਗੀ ਉਹਦਾ ਹੀ ਮੇਅਰ ਹੋਏਗਾ। ਸੋ ਸਰਕਾਰ ਨੇ ਉਹੀ ਕੰਮ ਕੀਤਾ ਹੈ ਕਿ ਜਿਹੜਾ ਕਿਸੇ ਵੇਲੇ ਅੱਜ ਤੋਂ ਲਗਭਗ 4.5 ਸਾਲ ਪਹਿਲਾਂ ਜਦੋਂ ਐਮਸੀ ਦੀਆਂ ਚੋਣਾਂ ਹੋਈਆਂ ਸੀਗੀਆਂ ਆਪਣਾ ਮੇਅਰ ਉਹ ਲੈ ਕੇ ਆਏ ਸੀਗੇ। ਸੋ ਉਸ ਵੇਲੇ ਉਹ ਕਾਂਗਰਸ ਦੇ ਮੇਅਰ ਸੀਗੇ, ਅੱਜ ਉਹ ਕੈਪਟਨ ਅਮਰਿੰਦਰ ਸਿੰਘ ਦੇ ਆਪਣੀ ਜਿਹੜੀ ਉਹਨਾਂ ਦੀ ਨਵੀਂ ਪਾਰਟੀ ਬਣੀ ਆ ਉਹਦੇ ਮੇਅਰ, ਉਹਨਾਂ ਦੇ ਉੱਤੇ ਠੱਪਾ ਲੱਗਿਆ ਹੋਇਆ। ਸੋ ਇਹਦਾ ਮਤਲਬ ਇਹੀ ਹੈ ਕਿ ਸਰਕਾਰ ਜਿਹਦੀ ਵੀ ਹੋਏਗੀ, ਚਾਹੇ ਕਾਂਗਰਸ ਦੀ ਸਰਕਾਰ ਹੋਏਗੀ, ਇਸ ਤੋਂ ਪਹਿਲਾਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ, ਉਹਨਾਂ ਦਾ ਮੇਅਰ ਹੈ। ਸੋ ਜਿਹਦੀਆਂ ਸਰਕਾਰਾਂ ਹੁੰਦੀਆਂ ਨੇ ਉਹਦਾ ਮੇਅਰ ਆਟੋਮੈਟਿਕਲੀ ਬਦਲਦਾ ਹੈ, ਚਾਹੇ ਉਹਦੇ ਲਈ ਕੁਝ ਵੀ ਕਰਨਾ ਪਵੇ, ਬਾਏ ਹੁੱਕ ਐਂਡ ਕਰੁਕ। ਸੋ ਇਸ ਕਰਕੇ ਉਹੀ ਗੱਲਾਂ ਹੋਈਆਂ ਨੇ ਜਿਹੜੀਆਂ ਆਪਾਂ ਕੱਲ ਕਹੀਆਂ ਸੀਗੀਆਂ ਕਿ ਸਰਕਾਰ ਜਿਹਦੀ ਹੋਏਗੀ ਉਹਦਾ ਮੇਅਰ ਹਰ ਹਾਲਤ ਦੇ ਵਿੱਚ ਹੋਏਗਾ, ਚਾਹੇ ਉਹਨਾਂ ਨੂੰ ਧੱਕਾ ਕਰਨਾ ਪਵੇ, ਚਾਹੇ ਉਹਨਾਂ ਤੋਂ ਸਰਕਾਰੀ ਜਿਹੜੀ ਹੈਗੀ ਆ ਉਹ ਮਦਦ ਲੈਣੀ ਪਵੇ। ਸੋ ਹਰ ਤਰ੍ਹਾਂ ਦੇ ਨਾਲ ਕੱਲ ਉਹ ਮਦਦ ਲਈ ਗਈ, ਔਰ ਆਪਣਾ ਜਿਹੜਾ ਮੇਅਰ ਉਹਨਾਂ ਨੇ ਨਵਾਂ ਜਿਹੜਾ ਹੈਗਾ ਆਪਣੇ ਵੱਲੋਂ ਉਹਨਾਂ ਨੇ ਘੋਸ਼ਿਤ ਕੀਤਾ ਹੈ। ਡਿਪਟੀ ਜਿਹੜਾ ਸੀਨੀਅਰ ਮੇਅਰ ਹੈ ਯੋਗੀ ਜੀ, ਉਹਨਾਂ ਨੂੰ ਬਣਾ ਦਿੱਤਾ ਗਿਆ ਹੈ। ਸੋ ਉਮੀਦ ਕਰਦੇ ਆ ਕਿ ਇਹ ਜਿਹੜਾ ਹੈਗਾ ਸਿਲਸਿਲਾ, ਕਿਉਂਕਿ ਬਹੁਤ ਥੋੜਾ ਸਮਾਂ, ਲਗਭਗ 2-2.5 ਮਹੀਨੇ ਸਰਕਾਰ ਨਵੀਂ ਬਣਨ ਨੂੰ ਰਹਿ ਗਏ ਨੇ, ਉਸ ਤੋਂ ਬਾਅਦ ਜਿਹਦੀ ਵੀ ਨਵੀਂ ਸਰਕਾਰ ਹੋਏਗੀ, ਨਵੀਆਂ ਐਮਸੀ ਦੀਆਂ ਚੋਣਾਂ ਹੋਣਗੀਆਂ, ਉਹਦੇ ਨਾਲ ਆਪਣੀ ਤਰ੍ਹਾਂ ਦਾ ਜਿਹੜਾ ਹੈਗਾ ਮੇਅਰ ਲੱਗ ਜਾਏਗਾ। ਸੋ ਕਹਿਣ ਦਾ ਮਤਲਬ ਹੈ ਕਿ ਕੱਲ ਜਿਹੜੀ ਹੋਈ ਹੈ ਇਹ ਹੋਣੀ ਸੀਗੀ, ਇਹ ਕੁਦਰਤੀ ਇੱਕ ਵਰਤਾਰਾ ਹੈ ਇਹਨਾਂ ਐਮਸੀ ਦੀਆਂ ਚੋਣਾਂ ਦੇ ਵਿੱਚ। ਜਿਹੜੀ ਗੱਲ ਹੋ ਗਈ ਇਹ ਤੇ ਜਿਹੜੀ ਗੱਲ ਹੋ ਗਈ ਹੁਣ ਕੁਝ ਹੀ ਸਮੇਂ ਬਾਅਦ 2-3 ਮਹੀਨਿਆਂ ਦੇ ਬਾਅਦ ਚੋਣ ਹੋਣੀ ਹੈ ਵਿਧਾਨ ਸਭਾ ਦੀ, ਤਾਂ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਤੋਂ ਜਾਂ ਫਿਰ ਖੁਦ ਕੈਪਟਨ ਅਮਰਿੰਦਰ ਸਿੰਘ ਮੈਦਾਨ ਦੇ ਵਿੱਚ ਆ ਸਕਦੇ ਨੇ। ਜੋ ਸਥਿਤੀ ਬਣੀ ਹੋਈ ਹੈ, ਬੇਸ਼ੱਕ ਕਾਂਗਰਸ ਜਿਹੜੀ ਹੈ ਆਪਦਾ ਜਿਹੜਾ ਮੇਅਰ ਬਣਾਉਣ ਦੇ ਵਿੱਚ ਕਾਮਯਾਬ ਹੋ ਗਈ, ਪਰ 24-25 ਐਮਸੀ ਜਿਹੜੇ ਆ ਉਹ ਉਹਨੇ ਖੋ ਦਿੱਤੇ ਨੇ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਾ ਕੇ ਖੜ ਗਏ ਨੇ। ਕਿਵੇਂ ਦੇਖਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਜਿੱਥੇ ਆ ਜਿਹੜੇ ਉਧਰਲੇ ਪਾਸੇ 31 ਜਾਂ 36 ਜਿਹੜੇ ਐਮਸੀ ਗਏ ਨੇ ਉਹਨਾਂ ਦੀਆਂ ਵੀ ਵੋਟਾਂ ਪੈਂਦੀਆਂ ਹੁੰਦੀਆਂ ਸੀਗੀਆਂ, ਤਾਂ ਫਿਰ ਜਿਸ ਤਰੀਕੇ ਦੇ ਨਾਲ ਡਿਵਾਈਡ ਹੋ ਗਈ ਜਿਹੜੀ ਵੋਟ ਹੈ ਕਾਂਗਰਸ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ, ਫਿਰ ਕਿਵੇਂ ਦੇਖਦੇ ਹੋ ਆਉਣ ਵਾਲੀ ਸਥਿਤੀ ਕਿਹੋ ਜਿਹੀ ਰਹਿਣ ਵਾਲੀ ਹੈ? ਕਿਤੇ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀਆਂ ਵੋਟਾਂ ਤੋੜ ਕੇ ਉਧਰ ਲੈ ਗਏ ਨੇ ਤੇ ਕਾਂਗਰਸ ਕੈਪਟਨ ਦੀਆਂ ਵੋਟਾਂ ਤੋੜ ਕੇ ਉਧਰ ਲੈ ਗਈ, ਯਾਨੀ ਕਿ ਡਿਵਾਈਡ ਹੋ ਗਈ, ਅਕਾਲੀ ਦਲ ਨੂੰ ਫਾਇਦਾ ਹੋਏਗਾ, ਕੈਪਟਨ ਅਮਰਿੰਦਰ ਸਿੰਘ ਜਿੱਤਣਗੇ, ਜਾਂ ਫਿਰ ਕਾਂਗਰਸ ਆਪਣੀ ਸੀਟ ਜਿਹੜੀ ਇੱਥੇ ਬਚਾ ਪਾਊਗੀ? ਦੇਖੋ, ਲਗਭਗ ਇਹੀ ਸਥਿਤੀ ਰਹੇਗੀ, ਕਿਉਂਕਿ ਇਹਦੇ ਨਾਲ ਹੌਲੀ ਹੌਲੀ ਹੋਰ ਹੋਏਗਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੀ ਪਟਿਆਲੇ ਦੇ ਵਿੱਚ ਜਿਹੜੀ ਸਥਿਤੀ ਬਣੀ ਹੋਈ ਸੀ ਕਿਸੇ ਵੇਲੇ, ਅੱਜ ਆਪਾਂ ਜਦੋਂ ਪਿਛਲਾ 5 ਸਾਲ ਦੇਖਦੇ ਆ, ਪਿਛਲੇ 17 ਦੀ ਸਥਿਤੀ ਦੇਖਦੇ ਆ, ਉਸ ਤੋਂ ਬਾਅਦ 19 ਦੀ ਸਥਿਤੀ ਦੇਖਦੇ ਆ, ਤਾਂ ਉਹ ਸਥਿਤੀ ਇੱਕਦਮ ਬਦਲੀ ਹੈ। ਸੋ ਇਸੇ ਕਰਕੇ ਉਹਦਾ ਅਸਰ ਪਟਿਆਲੇ ਦੇ ਵਿੱਚ ਵੀ ਪਿਆ, ਔਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਘਟਦੇ ਉਹਨਾਂ ਕੋਲੇ ਸਿਰਫ 25 ਐਮਸੀ, ਉਹ ਵੀ ਬਹੁਤ ਜ਼ੋਰ ਲਾ ਕੇ, ਬਹੁਤ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਜਿਹੜੇ ਹੈਗੇ 25 ਐਮਸੀ ਲਿਆਂਦੇ ਆ। ਸੋ ਹੌਲੀ ਹੌਲੀ ਜਦੋਂ ਅਗਲਾ 2-2.5 ਮਹੀਨੇ ਆਉਣਗੇ, ਉਹਦੇ ਨਾਲ ਹੋਰ ਵੀ ਜਿਹੜਾ ਹੈਗਾ ਕੈਪਟਨ ਸਾਹਿਬ ਦਾ ਗ੍ਰਾਫ ਘਟੇਗਾ। ਸੋ ਉਮੀਦ ਕਰਨੀ ਬਣਦੀ ਹੈ ਕਿ ਲਗਭਗ ਜਿਵੇਂ ਆਪਾਂ ਪਹਿਲਾਂ ਵੀ ਕਿਹਾ ਕਿ ਜ਼ਮਾਨਤ ਜ਼ਬਤ ਹੋਣ ਵਾਲੀ ਜਿਹੜੀ ਹੈਗੀ ਸਥਿਤੀ ਦੇ ਵਿੱਚ ਆ ਜਾਣੇ ਆ ਕੈਪਟਨ ਸਾਹਿਬ, ਕਿਉਂਕਿ ਲੋਕਾਂ ਨੇ ਪਾਰਟੀ ਦੇ ਨਾਲ ਖੜਨਾ ਹੁੰਦਾ ਹੈ। ਲੋਕਾਂ ਨੇ ਇਹ ਨਹੀਂ ਦੇਖਣਾ ਕਿ ਕੈਪਟਨ ਸਾਹਿਬ ਨੇ ਪਾਵਰ ਵਾਲੇ ਪਾਸੇ ਜਾਂਦੇ ਆ ਲੋਕੀ, ਜਿੱਧਰ ਪਾਵਰ ਨੇ, ਜਿੱਧਰ ਪਾਵਰ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਇਹ ਬੰਦੇ ਨੂੰ ਜਿਤਾਈਏ ਤਾਂ ਇਹ ਬੰਦਾ ਪਾਵਰ ਤੇ ਜਾਏਗਾ, ਫਿਰ ਲੋਕੀ ਉਧਰ ਜਾਂਦੇ ਨੇ ਜੀ, ਉਧਰ ਹੀ ਜਾਂਦੇ ਆ। ਇਹ ਕੁਦਰਤੀ ਇੱਕ ਵਰਤਾਰਾ ਹੈ। ਸੋ ਇਸ ਕਰਕੇ ਕੈਪਟਨ ਸਾਹਿਬ ਜੇਕਰ ਨਵੀਂ ਪਾਰਟੀ ਦੇ ਅਧੀਨ ਖੜਦੇ ਆ ਪਟਿਆਲੇ ਦੇ ਵਿੱਚੋਂ, ਤਾਂ ਲਾਜ਼ਮੀ ਤੌਰ ਤੇ ਉਹਨਾਂ ਦੀਆਂ ਜਿਹੜੀਆਂ ਜ਼ਮਾਨਤਾਂ ਨੇ ਉਹ ਜ਼ਬਤ ਹੋ ਸਕਦੀਆਂ ਨੇ। ਇਕੱਲੇ ਉਹਨਾਂ ਦੀਆਂ ਨਹੀਂ, ਬਾਕੀ ਵੀ ਪਾਰਟੀਆਂ ਦੇ ਵਿੱਚ ਜਿਹੜੇ ਉਹ ਆਪਣੇ ਨੁਮਾਇੰਦੇ ਖੜਾਉਣਗੇ ਪਾਰਟੀ ਦੇ,
ਔਰ ਉਮੀਦਵਾਰ ਦੇਣਗੇ ਪੰਜਾਬ ਨੂੰ, ਤਾਂ ਉਹਨਾਂ ਦੇ ਵੀ ਜਿਹੜੇ ਨੇ ਚੋਣਾਂ ਦੇ ਵਿੱਚ ਤੁਸੀਂ ਦੇਖੋਗੇ ਜ਼ਮਾਨਤਾਂ ਜ਼ਬਤ ਹੋ ਸਕਦੀਆਂ ਨੇ। ਸੋ ਇਹੀ ਸੰਭਾਵਨਾਵਾਂ ਅਗਲੇ ਦਿਨਾਂ ਦੇ ਵਿੱਚ ਕੈਪਟਨ ਸਾਹਿਬ ਦੀ ਪਾਰਟੀ ਦੀਆਂ ਨਜ਼ਰ ਆ ਰਹੀਆਂ ਨੇ ਸੁਖਿੰਦਰ ਜੀ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਰਾਜਸਥਾਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।